कागज चक दो मेरे पैरों में जाओ इन्हों हाथ में फड़ दो कॉमेडी इंडस्ट्री के मशहूर कलाकार चाचा रौनकी राम जी के नाम ਨਾਲ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਉਹ ਵੀ ਇੱਥੇ ਇੱਕ ਆਖਰੀ ਸਮੇਂ ਤੇ ਪਹੁੰਚੇ ਨੇ ਉਹਨਾਂ ਦੇ ਵਿਚਾਰ ਵੀ ਜਾਣਾਂਗੇ ਕੀ ਕਹਿਣਾ ਚਾਹੁੰਦੇ ਮੈਂ ਤੇ ਇੱਥੇ ਆ ਕੇ ਮਹਿਸੂਸ ਕਰ ਰਿਹਾ ਕਿਉਂਕਿ ਜ਼ਿੰਦਗੀ 'ਚ ਸਰਦੂਲ ਸਿਕੰਦਰ ਉਹ ਮੇਰਾ ਛੋਟਾ ਵੀਰ ਤੇ ਮੈਂ ਬਹੁਤ ਸਾਰੇ ਸਟੇਜ ਸ਼ੋਜ਼ ਕੀਤੇ ਕਈ ਸਟਾਰ ਨਾਈਟਸ ਕੀਤੀਆਂ ਟੈਲੀਵਿਜ਼ਨ ਦੇ ਉੱਤੇ ਅਕਸਰ ਰੌਣਕ ਮੇਲਾ 'ਚ ਉਹਦਾ ਆਉਣਾ ਨਵੇਂ ਸਾਲ ਦੇ ਚਾਹੇ ਲਾਰਾ ਲੱਪਾ ਹੈ ਬੱਲੇ ਬੱਲੇ ਸ਼ਾਵਾ ਸ਼ਾਵਾ ਬਚ ਕੇ ਮੋਟੂ ਸਾਰੇ ਪ੍ਰੋਗਰਾਮਾਂ 'ਚ ਉਹਦੀ ਸ਼ਮੂਲੀਅਤ ਰਹੀ ਔਰ ਮੈਨੂੰ ਉਹ ਵੀ ਦਿਨ ਯਾਦ ਹੈ ਜਦੋਂ ਮੇਰੇ ਕੋਲ ਪਹਿਲੀ ਵਾਰੀ ਮੁਲਾਕਾਤ ਹੋਈ ਔਰ ਮੈਂ ਉਹਨਾਂ ਨੂੰ ਪਟਿਆਲੇ ਬੱਸ ਸਟੈਂਡ ਦੇ ਕੋਲ ਖੜੇ ਵੇਖਿਆ ਨੂਰੀ ਜੀ ਸੀਗੇ ਗਮਦੂਰ और सरदूल इन्होंने इशारा करके ना क्योंकि मैं उत्थे कवरेज करन जा रहा सी विल्स ट्रॉफी की एज अ स्पोर्ट्स प्रोड्यूसर भी मैं ही काम करता सी आकाशवाणी ते ते उन्हां दिनां च मैं ना कच्छ दी मुद्रा टैलीविजन का बहुत पॉपुलर प्रोग्राम सीगा उहदे च मैं डिफरेंट गैटअप से डिफरेंट मैनरिज्म दे नाल आना ते वो काफ़ी मकबूल सी ते उन्होंने एकदम दूरों मैनूं पहचान लिया कहंदे भाजी तुसीं वो कच्छ दी मुद्रा चाहते हो तो मेरा गीत ਉਹਦੇ 'ਚ ਲੱਗ ਸਕਦਾ ਮੈਂ ਕਿਹਾ ਸੁਣ ਲੈਂਦੇ ਹਾਂ ਅਤੇ ਨਾਲ ਹੀ ਪਰੇ ਖੋਖੇ ਦੇ ਚਾਹ ਚੂ ਪੀਂਦਿਆਂ ਉਹਨਾਂ ਨੇ ਮੇਜ਼ ਖੜਕਾ ਕੇ ਸਾਰਾ ਸੁਣਾਇਆ ਕਿ ਆ ਗਈ ਰੋਡ ਵੇਚ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ ਮੈਂ ਕਿਹਾ ਮੈਂ ਤੁਹਾਨੂੰ ਜਾਂਦਿਆਂ ਫੋਨ ਕਰਾਂਗਾ ਆਇਆ ਮੈਂ ਭਾਜੀ ਹਰਜੀਤ ਜੀ ਗੁਰੂ ਸਾਹਿਬ ਸਾਡੇ ਨਾਲ ਗੁਰਦਨ ਸ਼ਰਮਾ ਹੁੰਦੇ ਸਨ ਉਹਨਾਂ ਨਾਲ ਜ਼ਿਕਰ ਕੀਤਾ ਮੈਂ ਕਿਹਾ ਜੀ ਮੈਂ ਗੀਤ ਇਟਸ ਅ ਪੈਰੋਡੀ ਸੌਂਗ ਐਂਡ ਵੰਡਰਫੁਲ ਸਿੰਗਿੰਗ ਹੀ ਹੈ ਕਹਿੰਦੇ ਜਿੱਦਾਂ ਤੈਨੂੰ ਠੀਕ ਲੱਗਦਾ ਦੇਖ ਲੈ ਨਾਲ ਹੀ ਮੈਂ ਰਿੰਗ ਕੀਤਾ ਉਦੋਂ ਲੈਂਡਲਾਈਨ ਹੀ ਹੁੰਦੇ ਸੀ ਅਤੇ ਮੈਨੂੰ ਕਹਿੰਦੇ ਆ ਮੈਂ ਕਿਹਾ ਆ ਜਾਓ ਸਵੇਰੇ ਚੰਕ ਹੈਗਾ ਰਿਕਾਰਡਿੰਗ ਚੰਕਸ ਹੁੰਦੇ ਸਾਰਿਆਂ ਦੇ ਪ੍ਰੋਗਰਾਮਸ ਦੇ ਔਰ ਇਹ ਰਿਕਾਰਡ ਹੋਇਆ ਔਰ ਟੈਲੀਕਾਸਟ ਹੋਣ ਤੋਂ ਬਾਅਦ ਮਤਲਬ ਲਾਸਟ ਮੂਮੈਂਟ ਤੱਕ ਜਦ ਤੱਕ ਸਾਡੀਆਂ ਮੁਲਾਕਾਤਾਂ ਸੀ ਮੈਨੂੰ ਜਿੱਥੇ ਦੇਖ ਲੈਂਦੇ ਕਹਿੰਦੇ ਸੀ ਆਹ ਭਾਜੀ ਹੈ ਸਾਡਾ ਕਿ ਮੈਨੂੰ ਕੋਈ ਨਹੀਂ ਸੀ ਜਾਣਦਾ ਅਤੇ ਅਗਲੇ ਦਿਨ ਸਾਰਾ ਪੰਜਾਬ ਮੇਰਾ ਹੋ ਗਿਆ ਸੀ ਅਤੇ ਮੈਂ ਪੰਜਾਬ ਦਾ ਹੋ ਗਿਆ ਸੀ ਫਿਰ ਉਹ ਫੁੱਲਾਂ ਦੀ ਕੱਚੀ ਵਪਾਰ ਨੇ ਉਹ ਗੀਤ ਵੀ ਮੈਂ ਸ਼ੂਟ ਕੀਤਾ ਆਪਣੇ ਰੌਣਕ ਮੇਲਾ ਪ੍ਰੋਗਰਾਮ ਉਦੋਂ ਪ੍ਰੋਡਕਸ਼ਨ ਵੀ ਮੇਰੇ ਕੋਲ ਸੀ ਹਾਲਾਂਕਿ ਪਾਰਟੀਸਪੇਸ਼ਨ ਤਾਂ ਮੇਰੀ ਚਾਚਾ ਰੌਣਕੀ ਰਾਮ ਪਗੜੀ ਬਣ ਕੇ ਬਿਲਕੁਲ ਨਹੀਂ ਅਤੇ ਮੈਨੂੰ ਦੇਖੋ ਕਿੰਨਾ ਕੁ ਪਿਆਰ ਕਰਦਾ ਹੋਏਗਾ ਯਾਰ ਉਹ ਗੱਲਾਂ ਯਾਦ ਆ ਜਾਂਦੀਆਂ ਕਿ ਮੈਂ ਤਾਂ ਕੋਰੀਡੋਰ 'ਚ ਖੜ੍ਹਾ ਅਤੇ ਇਹਨੇ ਮੇਰਾ ਨਾ ਅਕਸਰ ਮੈਂ ਚਿੱਟੇ ਕੁੜਤੇ ਪਜਾਮੇ 'ਚ ਪਰਫੋਰਮ ਕਰਦਾ ਸੀ ਅਤੇ ਨਾਲ ਤੁੱਲੇ ਵਾਲੀ ਪੱਗ ਅਤੇ ਇਹਨੇ ਮੇਰਾ ਕੁੜਤਾ ਫੜ ਲਿਆ ਖਿੱਚਣਾ ਸ਼ੁਰੂ ਕਰਤਾ ਮੈਂ ਕਿਹਾ ਯਾਰ ਤੂੰ ਤਾਂ ਡੋਰ ਜਿੱਦਾਂ ਲੁੱਟੀ ਦੀ ਹੈ ਤੂੰ ਤਾਂ ਇੱਦਾਂ ਮੈਨੂੰ ਮੇਰਾ ਕੁੜਤਾ ਲੁੱਟਦਾ ਪਿਆ ਨਾਲ ਹੀ ਝਟਕਾ ਮਾਰਿਆ ਪਾੜ ਦਿੱਤਾ ਕਹਿੰਦਾ ਭਾਜੀ ਤੁਸੀਂ ਰੰਗਦਾਰ ਕੁੜਤੇ ਪਜਾਮੇ ਪਾਇਆ ਕਰੋ ਉਹ ਚਿੱਟਾ ਛੱਡ ਦਿਓ ਮੈਨੂੰ ਇਹ ਜਦੋਂ ਗੱਲ ਯਾਦ ਆਉਂਦੀ ਹੈ ਉਹ ਬੜਾ ਰੰਗੀਨ ਸੁਭਾਅ ਦਾ ਸੀ ਰੰਗੀਨ ਨੇਚਰ ਦਾ ਸੀ ਰੰਗੀਨ ਗਾਇਕੀ ਦਾ ਸੀ ਅਤੇ ਮੈਂ ਦੇਖ ਰਿਹਾ ਕਿ ਇੰਨੀ ਛੇਤੀ ਉਹ ਇੱਕ ਚਿੱਟੇ ਕੱਪੜੇ 'ਚ ਨਿਪਟ ਜਾਏਗਾ ਇਟਸ ਵੈਰੀ ਸੈਡ ਫॉर एवरीवन ਬਹੁਤ ਅਫਸੋਸ ਹੈ ਮੈਂ ਇੱਥੇ ਆ ਕੇ ਮਹਿਸੂਸ ਇਹ ਕਰ ਰਿਹਾ ਜਿੱਦਾਂ ਉਹਦੇ ਮੇਲੇ ਹਮੇਸ਼ਾ ਮੈਂ ਵੇਖੇ ਅੱਜ ਉਹਦੇ ਜਾਣ ਤੋਂ ਬਾਅਦ ਵੀ ਪੂਰੇ ਇਲਾਕੇ 'ਚ ਮੇਲਾ ਲੱਗਾ ਪਿਆ ਜਿਵੇਂ ਪਰ ਇਸ 'ਚ ਦਰਦ ਹੈ ਇਹਦੇ 'ਚ ਰੁਦਨ ਹੈ ਇਹਦੇ 'ਚ ਖੇਦ ਹੈ ਇਹਦੇ 'ਚ ਇੱਕ ਤਰਾਸਦੀ ਮਹਿਸੂਸ ਹੋ ਰਹੀ ਹੈ ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਇਹ ਸੁਰਾਂ ਦੀ ਪੇਟੀ ਗਈ ਹੈ ਸਰ ਤੁਸੀਂ ਉਹਨਾਂ ਦੀ ਉਸ ਵਕਤ ਦੇ ਸਾਥੀ ਹੋ ਜਦੋਂ ਸਰਦੂਲ ਸਿਕੰਦਰ ਨਹੀਂ ਸੀਗੇ ਅਤੇ ਉਹਨਾਂ ਨੂੰ ਤੁਸੀਂ ਸਰਦੂਲ ਦਾ ਸਿਕੰਦਰ ਬਣਦੇ ਦੇਖਿਆ ਹੈਗਾ ਅਤੇ ਇਹ ਯਾਤਰਾ ਬੜੀ ਲੰਬੀ ਰਹੀ ਹੈ ਅਤੇ ਖੱਟੇ ਮਿੱਠੇ ਪਲ ਵੀ ਤੁਹਾਡੇ ਆਪਸ ਬੜੇ ਰਹੇ ਅੱਜ ਜਿਹੜਾ ਚਲਾਵਾ ਹੈ ਉਹ ਬੜਾ ਇੱਕ
ਅਵੇਕਲਾ ਜਿਹਨੂੰ ਕਹਿ ਸਕਦੇ ਹਾਂ ਕਿ ਉਹ ਵਕਤ ਨਹੀਂ ਸੀਗਾ ਉਹਨਾਂ ਦੇ ਜਾਣ ਦਾ, ਤੇ ਕੀ ਪਰਿਵਾਰ ਵਾਸਤੇ ਕੀ ਕਹਿਣਾ? ਪਰਿਵਾਰ ਨੂਰੀ ਵੀ ਮੈਂ ਤਾਂ ਇਸ ਸਾਰੇ ਮਾਹੌਲ ਨੂੰ ਸਮਝਣਾ ਕਿ ਇਹ ਬੜਾ ਗੁਰਦੇ ਵਾਲਾ ਗਾਇਕ ਸੀ, ਬਹੁਤ ਬਾਂਸ ਕਿੰਨੀ ਸੀ ਔਰ ਗਾਇਕੀ ਕਿੰਨੀ ਪੁਖਤਾ ਸੀ। ਲੋਕੀ 7 ਸੁਰਾਂ ਦਾ ਤਾਂ ਇਹਨੂੰ ਗਿਣਦੇ ਹੀ ਨੇ, ਉਸਤਾਦ ਲੋਕ ਵੀ ਉਹਨਾਂ ਦੇ, ਪਰ ਮੈਂ ਉਹਨੂੰ 8 ਸੁਰਾਂ ਦਾ ਗਿਣਦਾ। ਉਹਦੀ 8ਵੀਂ ਸੁਰ ਜਿਹੜੀ ਬਹੁਤ ਤੀਬਰ ਸੀ, ਉਹ ਇਨਸਾਨੀਅਤ ਦੀ ਔਰ ਹਮਦਰਦੀ ਦੀ, ਮੁਹੱਬਤ ਦੀ, ਪਿਆਰ ਦੀ ਕੈਸੀ ਸੁਰ ਸੀ ਉਹਦੇ ਕੋਲ। ਇਹ ਸਾਰੇ ਮਾਹੌਲ 'ਚ ਤੁਹਾਨੂੰ ਉਹਦੀ ਖੁਸ਼ਬੂ ਮਹਿਸੂਸ ਹੋਏਗੀ। ਮੈਂ ਤਾਂ ਸਮਝਦਾ ਜਦੋਂ ਸਮਾਂ ਨਿਕਲ ਜਾਣਾ ਨਾ ਹੋਰ ਜਾਂ ਆਪਾਂ ਸਮਾਂ ਜਿਹੜਾ ਗੁਜ਼ਰਿਆ ਉਹਦੇ ਮੁਤਾਬਕ ਹੀ ਮੈਂ ਕੋਈ ਚੰਦ ਲਾਈਨਾਂ ਮੈਨੂੰ ਮਹਿਸੂਸ ਹੋ ਰਹੀਆਂ ਨੇ। गुजरे हैं तेरे बाद भी कुछ लोग इधर से, लेकिन तेरी खुशबू ना गई राह गुजर से। जिथे तेरी जिथों लंघ गया तेरी महक, तेरी खुशबू, तेरी महक, तेरी रौनक, तेरा संगीत, तेरी सुरां हमेशा नाल रहनियां पंजाब में। जिद्दां तू आत्मक तौर पर निकल गया ਤੇ ਆਤਮਿਕ ਤੌਰ ਤੇ ਸਾਰੇ ਪੰਜਾਬ ਨਾਲ ਜੁੜਿਆ ਵੀ ਤੂੰ ਤੇ ਰਹਿਣਾ, ਕਿਉਂਕਿ ਤੈਨੂੰ ਕੋਈ ਭੁਲਾ ਨਹੀਂ ਸਕਦਾ। ਸਰ ਤੁਸੀਂ ਉਹਨਾਂ ਦੇ ਪਹਿਲੇ ਗਾਣੇ ਆਗੀ ਰੋਡਵੇ ਲਾਈਨ ਦੀ ਗੱਲ ਕੀਤੀ ਸੀ, ਉਹ ਤੇ ਜੋ ਉਹਨਾਂ ਨੂੰ ਮਤਲਬ ਸ਼ੁਰੂ 'ਚ ਜਿਹੜਾ ਉਹਨਾਂ ਨੇ ਅਲੱਗ-ਅਲੱਗ ਕਲਾਕਾਰਾਂ ਦੀ ਆਵਾਜ਼ ਕੱਢ ਕੇ ਇੱਕ ਪੈਰੋਡੀ ਇੱਕ ਡਰਾਮਾ ਤਿਆਰ ਕੀਤਾ ਸੀਗਾ, ਉਹ ਇੱਕ ਮੇਰੇ ਖਿਆਲ ਇੱਕ ਵਿਲੱਖਣੀ ਉਹਨਾਂ ਦੀ ਸ਼ਖਸੀਅਤ ਸੀ ਜਿਹੜੀ ਉਹੀ ਕਰ ਸਕਦੇ ਸੀ। ਬਿਲਕੁਲ, ਕਾਰਨ ਇਹ ਹੈ ਕਿ ਉਹ ਐਕਟਰ ਬਹੁਤ ਵਧੀਆ ਸੀ, ਉਹ ਗਾਇਕੀ ਦੇ ਨਾਲ ਨਾਲ ਇੱਕ ਪੁਖਤਾ ਕਮੇਡੀਅਨ ਵੀ ਸੀ। ਪੈਰੋਡੀ ਜਿਹੜੀ ਹੈ ਇੱਕ ਅੱਛਾ ਐਕਸਪ੍ਰੈਸ਼ਨ ਵਾਲਾ ਬੰਦਾ, ਜਦੋਂ ਫਿਰ ਉਹੀ ਐਕਸਪ੍ਰੈਸ਼ਨ ਲੈ ਆਉਂਦਾ ਸੀ ਨਾਲ ਫੇਸ ਤੇ ਵੀ ਆਣੇ, ਜੇ ਸਟੇਜ ਤੇ ਵੀ ਪਰਫਾਰਮ ਕਰਦਾ ਸੀ, ਜੇ ਉਹ ਲਾਲਚਨ ਯਮਲਾ ਜੱਟੀਆਂ ਦੀ ਜੇ ਆਵਾਜ਼ ਕੱਢਦਾ ਸੀ ਜਾਂ ਗੁਰਦਾਸ ਜੀ ਮਾਨ ਸਾਹਿਬ ਦੀ ਪਾਣੀ ਪਿਲਾਇਆ ਸਾਰਿਆਂ ਦੀ ਉਹ ਐਕਸਪ੍ਰੈਸ਼ਨ ਫੇਸ ਤੇ ਐਸੇ ਉਹਦੇ ਉਤਰਦੇ ਸੀ, ਉਹ ਅੰਦਰੋਂ ਗਾਉਂਦਾ ਸੀ। ਤੇ ਬਿਲਕੁਲ ਪੁਖਤਾ ਮਿਮਿਕਰੀ ਆਰਟਿਸਟ ਵੀ ਮੈਂ ਕਹਿ ਸਕਦਾ। ਮੈਂ ਕੱਲ੍ਹ ਇੱਕ ਇੰਟਰਵਿਊ ਦੇਖ ਰਿਹਾ ਸੀਗਾ, ਜਦੋਂ ਇਹ ਖਬਰ ਆਈ ਉਸ ਤੋਂ ਹੰਸਰਾਜ ਜੀ ਨਾਲ ਕਿਸੇ ਨੇ ਗੱਲ ਕੀਤੀ ਦਿੱਲੀ ਉਹਨਾਂ ਦੇ ਨਿਵਾਸ ਸਥਾਨ ਤੇ, ਉਹਨਾਂ ਨੇ ਕਿਹਾ ਕਹਿੰਦੇ ਮੈਂ ਸ਼ੁਰੂ 'ਚ ਤੁਹਾਨੂੰ ਆਪਣਾ ਕੰਪੀਟੀਟਰ ਮੰਨਦਾ ਸੀ, ਪਰ ਮੈਂ ਅੱਜ ਇਸ ਗੱਲ ਨੂੰ ਯਕੀਨੀ ਤੌਰ ਤੇ ਕਹਿੰਦਾ ਕਿ ਮੇਰੇ ਤੋਂ ਵੀ ਵਧੀਆ ਗਾਇਕ ਜਿਹੜਾ ਸੀਗਾ ਉਹ ਸਰਦੂਲ ਸੀ। ਕੋਈ ਸ਼ੱਕ ਨਹੀਂ, ਇਹ 'ਚ ਦੂਜੀ ਰਾਏ ਨਹੀਂ ਹੈ ਭਈ। ਜੇ ਹੰਸਰਾਜ ਜੀ ਰਾਜ ਗਾਇਕ ਬਣੇ ਤੇ ਗਾਇਕੀ ਦਾ ਰਾਜਾ ਔਰ ਲੋਕਾਂ ਦੇ ਦਿਲਾਂ ਦਾ ਰਾਜਾ ਸ਼ਾਹਸਵਾਰ ਇਹ ਬਾਦਸ਼ਾਹ ਸਰਦੂਲ ਸਿਕੰਦਰ ਵੀ ਉਹਨੂੰ ਸੈल्यूट ਹੈ, ਉਹਦੀ ਗਾਇਕੀ ਨੂੰ ਸੈल्यूट ਹੈ, ਉਹਦੇ ਸਾਰੇ ਪਰਿਵਾਰ ਨੂੰ ਸੈल्यूट ਹੈ, ਜੰਮਣ ਵਾਲੀ ਮਾਂ ਨੂੰ ਸੈल्यूट ਹੈ, ਉਹਦਾ ਭਰਾ ਭਾਈ ਗਮਦੂਰ ਕਿਆ ਕਲਾਸੀਕਲ ਇੱਕ ਕਲਾਕਾਰ ਸੀ, ਫਨਕਾਰ ਸੀ। ਮੈਂ ਤੇ ਉਹਨੂੰ ਜਦੋਂ ਛੋਟੀ ਨਾਲ ਹੈ ਨਾ ਉਹ ਬਾਂਸ ਦੀ ਛਿਲੜ ਜਿਹੀ ਦੇ ਨਾਲ ਜਿਵੇਂ ਤਬਲਾ ਵਜਾਉਂਦਾ ਸੀ ਨਾ, ਉਹ ਇੱਕ ਵੱਖਰੀ ਕਲਾ ਹੈ। ਸਾਰੇ ਪਰਿਵਾਰ 'ਚ ਕਲਾ ਬਹੁਤ ਵਸੀ ਹੈ, ਉਹੀ ਲੋਕਾਂ ਨੇ ਮਹਿਸੂਸ ਕੀਤੀ ਹੈ, ਉਹੀ ਦਰਦ ਹੈ ਕਿ ਉਹਨੂੰ ਲੋਕੀ ਇਹ ਮਹਿਸੂਸ ਕਰਦੇ ਯਾਰ ਉਹਦਾ ਨਵਾਂ ਗੀਤ ਕਿਵੇਂ ਰਿਕਾਰਡ ਹੋਏਗਾ ਜਾਂ ਸੁਣ ਸਕਦੇ ਆ। ਭਾਈ ਉਹਦੇ ਤਾਂ ਪੁਰਾਣੇ ਨਵੇਂ ਨੇ, ਉਹ ਕਦੀ ਨਹੀਂ ਪੁਰਾਣੇ ਹੋਣ ਵਾਲੇ, ਉਹ ਅੱਜ ਵੀ ਉਨੇ ਹੀ ਕੀਮਤੀ ਨੇ, ਉਨੇ ਹੀ ਬੇਸ਼ਕੀਮਤੀ ਨੇ। ਸ਼ਾਲਾ ਉਹਦਾ ਸਵਰਗਾਂ 'ਚ ਹੀ ਵਾਸਾ ਹੋਵੇ, ਪ੍ਰਭੂ ਕਿਰਪਾ ਕਰੇ। ਬਹੁਤ ਬਹੁਤ ਸ਼ੁਕਰੀਆ। ਫੋਟੋ ਖਿੱਚਣ ਲੱਗ ਜਾਂਦੇ ਫਿਰ ਤੁਸੀਂ ਕੀ ਤਿਆਰ ਕਰਦੇ ਹੋ ਦੱਸੋ। ਦੋਸਤੋ ਸਾਡਾ ਪੰਜਾਬ ਦੇ ਮੰਨੇ ਬੰਨੇ ਕਾਮੇਡੀ ਕਲਾਕਾਰ ਜਿਹਨਾਂ ਜੁਗਲੀ ਸ਼ੁਗਲੀ ਵੀ ਕਿਹਾ ਜਾਂਦਾ ਹੈ, ਤੇ ਉਹ ਵੀ ਅੱਜ ਇੱਥੇ ਇਸ ਅੰਤਿਮ ਯਾਤਰਾ ਤੇ ਆਏ ਨੇ। ਹਾਲਾਂਕਿ ਇਹ ਕਾਮੇਡੀ ਦਾ ਟਾਈਮ ਨਹੀਂ ਹੈ, ਬਟ ਫਿਰ ਵੀ ਅਸੀਂ ਉਹਨਾਂ ਦੇ ਵਿਚਾਰ ਜਾਣਨਾ ਚਾਹਾਂਗੇ ਕਿ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਇੱਕ ਕਲਾਕਾਰ ਦੇ ਜਾਣ ਦਾ, ਇੱਕ ਸਾਥੀ ਦੇ ਜਾਣ ਦਾ। ਮਹਿਸੂਸ ਤਾਂ ਤੁਸੀਂ ਦੇਖੋ
ਕਿੰਨੀ ਦੁਨੀਆ ਵਿੱਚ ਸਾਰਿਆਂ ਨੂੰ ਹੀ ਮਹਿਸੂਸ ਹੋ ਰਿਹਾ। ਅਸੀਂ ਤੇ ਚਲੋ ਉਹਨਾਂ ਦੇ ਨਾਲ ਕੰਮ ਤੇ ਹੋਣਾ ਹੀ ਸੀਗਾ ਕਿ ਕਈ ਸਾਲ ਅਸੀਂ ਇਕੱਠੇ ਕੰਮ ਕੀਤਾ। ਅਸੀਂ ਸਟਾਰਟ ਹੀ ਸਤੂਰ ਭਾਜੀ ਦੇ ਨਾਲ ਸਾਡੇ ਉਸਤਾਦ ਜੀ ਰੌਣਕੀ ਰਹਿੰਦੇ ਉਹ ਨਾਲ ਆਪਾਂ ਨਾਲ ਗਰੁੱਪ ਨਾਲ ਜਾਂਦੇ ਸੀ ਅਤੇ ਉਦੋਂ ਸ਼ੁਰੂ ਕੀਤੀਆਂ ਸੀ ਸਟੇਜਾਂ ਲਗਾਉਣੀਆਂ। ਤਕਰੀਬਨ 80-82 ਦੇ ਜਿਹੜੇ ਗੇਟ ਸੀ ਉਹਦੇ ਹਾਲਾਤ ਖਰਾਬ ਸੀਗੇ ਅਤੇ ਉਦੋਂ ਸਟੇਜ ਸ਼ੋਅ ਅਸੀਂ ਕਰਦੇ ਹੁੰਦੇ ਸੀਗੇ। ਜਿੰਨਾ ਕੁ ਭਾਜੀ ਨਾਲ ਆਪਾਂ 10-12 ਸਾਲ ਇਕੱਠੇ ਰਹੇ ਹਾਂ, ਇਸ ਤੋਂ ਵਧੀਆ ਇਨਸਾਨ ਕੋਈ ਨਹੀਂ ਸੀ। ਕੋਈ ਕਲਾਕਾਰ ਜਿਹੜਾ ਇਸ ਤੋਂ ਵਧੀਆ ਨਹੀਂ। ਕਲਾਕਾਰ ਬਹੁਤ ਵਧੀਆ ਸੀ, ਇਨਸਾਨ ਬਹੁਤ ਵਧੀਆ ਸੀਗੇ। ਉਹਦਾ ਇਹ ਜਿਹੜਾ ਘਾਟਾ ਨਹੀਂ ਪੂਰਾ ਹੋਣਾ, ਖਾਲੀਪਨ ਆ ਗਿਆ ਕਦੀ ਨਹੀਂ ਪੂਰਾ ਹੋ ਸਕਦਾ, ਕਦੀ ਨਹੀਂ ਪੂਰਾ ਹੋ ਸਕਦਾ। ਬਾਕੀ ਬਹੁਤ ਮਨ ਦੁਖਿਆ। ਅਸੀਂ ਹੁਣੇ ਕਈ ਲੋਕਾਂ ਨਾਲ, ਆਮ ਪਬਲਿਕ ਜਿਹੜੇ ਉਹਨਾਂ ਦੇ ਪਿੰਡ ਦੇ ਵਾਸੀ, ਉਹਨਾਂ ਨਾਲ ਵੀ ਗੱਲ ਕੀਤੀ। ਉਹ ਕਹਿੰਦੇ ਕਲਾਕਾਰਾਂ ਨਾਲ ਉਹਨਾਂ ਦਾ ਸਾਥ ਸੀਗਾ ਉਹਨਾਂ ਦਾ, ਬਾਕੀ ਜਨਰਲ ਪਬਲਿਕ ਨਾਲ ਵੀ ਉਹਨਾਂ ਨੇ ਕਦੀ ਆਪਣੇ ਆਪ ਨੂੰ ਐਡਾ ਵੱਡਾ ਹੋਣ ਦੇ ਬਾਵਜੂਦ ਵੱਡਾ ਕਲਾਕਾਰ ਨਹੀਂ ਸਮਝਿਆ। ਤੁਹਾਡੇ ਉਹਨਾਂ ਦੇ ਨਾਲ ਵੀ ਆਪਾਂ ਅੱਜ ਪਿੰਡ ਦੇ ਵਿੱਚ ਨਾ ਜਿਹਦੇ ਘਰ 'ਚ ਬੱਜੀ ਬੈਠ ਜਾਓ, ਚਾਹ ਪੀਣੀ, ਪਾਣੀ ਪੀਣਾ, ਸਾਰੇ ਬੁਲਾ ਕੇ ਪੈਂਦੇ ਤੇ ਹਰ ਕੋਈ ਕਹਿੰਦੇ ਜਦੋਂ ਵੀ ਆ ਪਿੰਡ ਜਾਂਦੇ ਸੀ ਨਾ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਜਾਂਦੇ। ਜਦ ਕਿ ਆਪਣੇ ਘਰ ਬੈਠੇ ਨਾ ਸਾਰੇ ਮਿਲਣ ਆ ਜਾਣਗੇ। ਤੇ ਸਾਡੇ ਨਾਲ ਇਹਨਾਂ ਦੇ ਰਿਲੇਸ਼ਨ ਇਸ ਤਰ੍ਹਾਂ ਬਣੇ ਕਿ ਜੀ ਆਪਾਂ 1984-83 ਦੀ ਗੱਲ ਹੈ, ਹਾਲਾਤ ਬਹੁਤ ਖਰਾਬ ਸੀਗੇ ਤੇ ਅਸੀਂ ਇਕੱਠੇ ਸ਼ੋਅ ਕੀਤੇ। ਇੱਕ ਦਿਨ 3 ਸ਼ੋਅ ਵੀ ਕਰਦੇ ਸੀ। ਉਸ ਵੇਲੇ ਪਤਾ ਨਹੀਂ ਹੁੰਦਾ ਸੀ ਸਟੇਜ ਤੇ ਕਦੋਂ ਗੋਲੀ ਵੱਜ ਜਾਂਦੀ ਹੈ। ਸਾਡੇ ਨਾਲ ਪਿੱਛੇ ਮਿਲਟਰੀ ਪੁਲਿਸ ਨਾਲ ਜਾਂਦੀ ਸੀ। ਗਵਰਨਮੈਂਟ ਸ਼ੋਅ ਕਰਨਾ ਚਾਹੁੰਦੀ ਸੀ ਕਿ ਹਾਲਾਤ ਠੀਕ ਨੇ ਤੇ ਉਹਨਾਂ ਦੇ ਨਾਲ ਜੇ ਘੱਟੋ ਘੱਟ 100 ਸ਼ੋਅ ਕੀਤੇ। ਪਰ ਇਹਨਾਂ ਨਾਲ ਸਾਡੇ ਇੱਦਾਂ ਦਾ ਪਿਆਰ ਰਿਹਾ ਕਿ ਸ਼ੋਅ ਦਾ ਸਾਨੂੰ ਭੁੱਲ ਜਾਂਦਾ ਸੀ ਆਪਾਂ ਸ਼ੋਅ ਕੀ ਕੀਤਾ। ਜੋ ਰਾਤ ਨੂੰ ਜਾ ਕੇ ਜੋ ਇੰਜੋਏ ਕਰਦੇ ਸੀ ਨਾ ਆਪਾਂ, ਇਹਨਾਂ ਦੇ ਸਰਦੂਲ ਜੀ ਦੇ ਭਰਾ, ਉਧਰ ਨੂਰੀ ਜੀ ਦੇ ਭਰਾ, ਇਕੱਠੇ ਸਾਰੇ ਮਿਊਜ਼ੀਸ਼ੀਅਨ, ਸਾਰਾ ਇੱਕ ਪਰਿਵਾਰ ਹੁੰਦਾ ਸੀ ਤੇ ਆਪਾਂ ਵੀ ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਜੇ ਬਣ ਗਏ। ਤੇ ਹਾਲੇ ਇਹਨਾਂ ਦੀ ਜਦੋਂ ਮੈਰਿਜ ਨਹੀਂ ਸੀ ਹੋਈ ਤੇ ਸਾਨੂੰ ਥੋੜ੍ਹਾ ਜਿਹਾ ਆਪਸ ਲੱਗਦਾ ਸੀ ਕਿ ਆਪਸ ਵਿੱਚ ਮੈਰਿਜ ਹੋਏਗੀ। ਫਿਰ ਅਸੀਂ ਇਕੱਠੇ ਸਾਰੇ ਬੈਠ ਕੇ ਇਹਨਾਂ ਦਾ ਮਤਲਬ ਹੋਇਆ, ਇਹਨਾਂ ਨੇ ਵਿਆਹ ਕਰਾਇਆ ਤੇ ਇੰਨੀ ਮਤਲਬ ਜੋੜੀ ਕਹਿ ਲਓ, ਮਤਲਬ ਇੱਕ ਉਹਨਾਂ ਦੀ ਮਤਲਬ ਇੰਨੀ ਵਧੀਆ ਜੋੜੀ, ਇੰਨਾ ਮਤਲਬ ਉਹਨਾਂ ਦਾ ਆਪਸ ਵਿੱਚ ਪਿਆਰ। ਜਦੋਂ ਉਹਨਾਂ ਨੇ ਗਾਣਾ, ਜਦੋਂ ਆਪਸ ਦੇ ਵਿੱਚ ਉਹਨਾਂ ਦੀ ਟਿਊਨਿੰਗ ਇੰਨੀ ਜ਼ਿਆਦਾ ਕਿ ਇੱਕ ਵਾਰੀ ਸਾਰਾ ਮਤਲਬ ਲੋਕੀ ਖੜੇ ਹੋ ਗਏ ਨਾ ਸ਼ੋਅ ਦੇਖਦੇ, ਬੈਠ ਕੇ ਨਹੀਂ ਦੇਖਦੇ, ਸਾਰੇ ਨੱਚਣ ਲੱਗ ਪੈਂਦੇ ਸੀ। ਉਸ ਤੋਂ ਪਹਿਲਾਂ ਹਿੰਦੀ ਦਾ ਦੌਰ ਸੀਗਾ, ਹਿੰਦੀ ਗਾਣਿਆਂ ਦਾ ਦੌਰ ਸੀ, ਪੁਰਾਣੇ ਗਾਣੇ ਸੁਣਨ ਦਾ ਸ਼ੌਂਕ ਸੀ। ਇਹਨਾਂ ਨੇ ਇੱਕਦਮ ਚੇਂਜ ਕਰ ਦਿੱਤਾ, ਲੋਕਾਂ ਨੂੰ ਨਚਾਤਾ ਡਿਸਕੋ ਤੋਂ ਭੰਗੜੇ ਦੇ ਲੈਣ ਦਾ। ਇੱਥੇ ਗੱਡੀ ਖੜੀ ਆ। ਸਭ ਤੋਂ ਪਹਿਲਾਂ ਦੂਰਦਰਸ਼ਨ ਸਾਨੂੰ ਇੱਕ ਦਿਨ ਮਿਲੇ। ਆਪਾਂ ਚਾਚਾ ਰੌਣਕੀ ਰਾਮ ਜੀ ਨੂੰ ਆਪਣੇ ਚੁੱਪੇ ਸੁਣਾਉਂਦੇ ਪਏ ਸੀ ਕਿ ਸਾਨੂੰ ਮੌਕਾ ਮਿਲੇ ਤੇ ਇਹ ਵੀ ਪਿੱਛੇ ਖੜੇ ਸੀ। ਆਪਾਂ ਸੋਚਿਆ ਨਹੀਂ ਕਾਮ ਜਿਹਾ ਇਨਸਾਨ, ਮਤਲਬ ਸਾਨੂੰ ਲੱਗੇ ਹੀ ਨਾ ਕਿ ਇਹਨਾਂ ਨੂੰ ਕਦੀ ਟੀਵੀ ਦੇ ਉੱਤੇ ਮਤਲਬ ਬੁਲਾ ਵੀ ਲੈਣਗੇ। ਕਹਿੰਦੇ ਮੇਰੀ ਸੁਣ ਲਓ ਇੱਕ ਵਾਰੀ ਬਸ। ਇਹਨਾਂ ਰੋਡਵੇਜ਼ ਦੀ ਲਾਰੀ ਸੁਣਾਈ, ਉਹਨਾਂ ਨਾਲ ਰੋਡਵੇਜ਼ ਦੀ ਲਾਰੀ ਸੁਣਾਈ ਤੇ ਉਹ ਤੇ ਮਿਮਿਕਰੀ ਤੇ ਕਰ ਲੈਂਦੇ, ਬਹੁਤ ਸਾਰੇ ਕਰ ਲੈਂਦੇ। ਪਰ ਉਹਨਾਂ ਦਾ ਜਿਹੜਾ ਬੋਡੀ ਦਾ ਪਤਾ ਜਿਹਾ ਸੀ ਨਾ, ਜੇ ਗੁਰਦਾਸ ਮਾਨ ਜੀ ਰੋਡਵੇਜ਼ ਦੀ ਲਾਰੀ ਕਿੱਦਾਂ ਗਾਣਗੇ ਤਾਂ ਬਿਲਕੁਲ ਇੰਝ ਲੱਗਦਾ ਜੇ ਗੁਰਦਾਸ ਮਾਨ ਜੀ, ਉਦੋਂ ਉਹਨਾਂ ਸਿਹਤ ਨਹੀਂ ਸੀ, ਪਤਲੇ ਜਿਹੇ ਸੀਗੇ ਤੇ ਇੰਝ ਡਫਲੀ ਫੜ ਕੇ ਉਹਨਾਂ ਨੇ ਗਾਇਆ ਤੇ ਬਿਲਕੁਲ ਲੱਗੇ ਗੁਰਦਾਸ ਮਾਨ ਜੀ ਗਾ ਰਹੇ ਆ। ਸਾਨੂੰ ਉਦੋਂ ਆਪਾਂ ਵਾਪਸ ਚਲੇ ਗਿਆ ਜਾ ਰਿਹਾ ਤੇ ਬੜਾ ਵੱਡਾ ਕਮੇਡੀਅਨ ਆ ਗਿਆ ਤੇ ਆਪਾਂ ਤਾਂ ਚਾਂਸ ਮਿਲਣਾ ਹੀ ਨਹੀਂਗਾ, ਕਿਉਂਕਿ ਸਾਨੂੰ ਉਹਨਾਂ ਕਿਹਾ ਕੱਲ ਆ ਜਾਓ ਮੰਗਲਵਾਰ ਸ਼ੂਟਿੰਗ ਹੈਗੀ ਹੈ। ਇਹਨਾਂ ਨੂੰ ਬੁਲਾ ਲਿਆ, ਐਜ਼ ਏ ਕਮੇਡੀਅਨ ਬੁਲਾਇਆ ਸੀਗਾ, ਕਮੇਡੀਅਨ ਐਜ਼ ਏ ਕਮੇਡੀਅਨ ਆਏ ਸੀਗੇ। ਪਰ ਅੱਜ ਸਰਦੂਲ ਮਤਲਬ ਮਿਲੇ ਆ ਸਾਨੂੰ ਰਾਤੀ, ਉਹ ਸਰਦੂਲ ਜਾਂਦਾ ਕਹਿੰਦੇ ਸੀ ਅਗਲੇ ਦਿਨ ਸਰਦੂਲ ਸਾਹਿਬ ਬਣ ਗਏ, ਸਟਾਰ ਬਣ ਗਏ। ਇੱਕ ਰਾਤ ਦੇ ਵਿੱਚ ਸਟਾਰ ਬੰਦਾ ਜੇ ਮੈਂ ਕਦੇ ਕਿਸੇ ਨੂੰ ਦੇਖਿਆ ਉਸੇ ਸਰਦੂਲ ਭਾਜੀ ਇੱਕ ਰਾਤ ਵਿੱਚ, ਮਤਲਬ ਅੱਜ ਕੋਈ ਨਹੀਂ ਜਾਣਦਾ ਤਾਂ ਅਗਲੇ ਦਿਨ ਸਾਰੀ ਦੁਨੀਆ ਜਾਣਦਾ। ਹੁਣ ਅੱਜ ਸਾਰੀਆਂ ਕੈਸਟਾਂ ਚੱਲਣੀਆਂ ਸ਼ੁਰੂ ਹੋ ਗਈਆਂ, ਫੁੱਲਾਂ ਦੀ ਕੱਚੀ ਗੋਪਾਲ ਨੇ ਲਿਖਣ ਸਫੇਦਿਆਂ ਦੇ ਨਾਲ ਸਾਰੇ GT ਰੋਡ ਦੇ ਉੱਤੇ ਪਰਿਵਾਰ 'ਚ ਬੈਠ ਕੇ ਰੋਮਾਂਟਿਕ ਗਾਣੇ ਦੇਖਣ ਵਾਲੇ ਨੇ, ਰੋਮਾਂਟਿਕ ਗਾਣੇ ਪਰਿਵਾਰ 'ਚ ਬੈਠ ਕੇ। ਅੱਜ ਕੱਲ੍ਹ ਦੇ ਸਿੰਗਰ ਹਥਿਆਰਾਂ ਦਾ ਸਾਥ ਲੈ ਲਿਆ, ਡਬਲ ਮੀਨਿੰਗ ਗਾਣੇ ਲਾ ਲਏ, ਜਾਂ ਆਪਣਾ ਮਿਊਜ਼ਿਕ ਸਿਸਟਮ ਇੱਦਾਂ ਦਾ ਬਣ ਗਿਆ ਮੇਰੇ ਵਰਗਾ ਬੰਦਾ ਵੀ ਗਾਵੇ ਤਾਂ ਉਹ ਕੋਈ ਸਿੰਗਰ ਲੱਗਣ ਲੱਗ ਪਏਗਾ। ਉਹ ਲਾਈਵ ਗਾਉਂਦੇ ਸੀ, ਪਤਾ ਲੱਗਦਾ ਸੀ ਕੋਈ ਸਿੰਗਰ। ਉਹਨਾਂ ਨੇ ਗਰਾਰੀ ਥੋੜ੍ਹੀ ਗਲੇ 'ਚ ਜਿੱਦਾਂ ਖਰਾਸ਼ ਹੁੰਦੀ ਹੈ ਉਹ ਵੀ ਵਧੀਆ ਲੱਗਦੀ ਸੀ ਉਹਨਾਂ ਦੀ ਆਵਾਜ਼। ਨੂਰੀ ਜੀ ਦੀ ਤੁਸੀਂ ਗੱਲ ਕੀਤੀ, ਨੂਰੀ ਜੀ ਨੇ ਤਾਂ ਉਹ ਉਸ ਪਤਨੀ ਧਰਮ ਨਿਭਾਇਆ। ਉਹਨਾਂ ਨੇ ਤਾਂ ਪਿੱਛੇ ਜਦੋਂ ਉਹਨਾਂ ਦੀ ਕਿਡਨੀ ਫੇਲਰ ਹੋ ਗਿਆ ਸੀ, ਉਹਨਾਂ ਨੇ ਆਪਣੀ ਕਿਡਨੀ ਵੀ ਦੇ ਕੇ ਤੇ ਉਹ ਦਿੱਤਾ, ਉਹਨਾਂ ਦਾ ਤਾਂ ਦੇਣਾ ਕੋਈ ਨਹੀਂ ਸਕਦਾ। ਹਾਂਜੀ ਬਿਲਕੁਲ। ਦੇਖੋ ਜੀ, ਉਹ ਸਾਨੂੰ ਨੂਰੀ ਜੀ ਸਾਨੂੰ ਉਹਨਾਂ ਨੇ ਭਰਾ ਮੰਨ ਲਿਆ ਸੀ ਜਦੋਂ ਪਹਿਲੀ ਵਾਰੀ ਅਸੀਂ ਮਿਲੇ ਤੇ ਕਹਿੰਦੇ ਤੁਸੀਂ ਮੇਰੇ ਭਰਾ ਹੋ। ਤੇ ਹੁਣ ਉਹ ਆਪਾਂ ਗਏ ਬਰਾਤ ਦੇ ਨਾਲ ਚਲੇ ਗਏ, ਇਹਨਾਂ ਸਰਦੂਲ ਜੀ ਦਾ ਆਪਾਂ ਬਰਾਤ ਦੇ ਨਾਲ ਰੋਪੜ ਗਏ ਖੰਡੇ ਤੋਂ। ਨੂਰੀ ਜੀ ਸਾਡੇ ਨਾਲ ਨਾਰਾਜ਼ ਹੋ ਗਏ, ਕਾਫੀ ਜ਼ਿਆਦਾ ਨਾਰਾਜ਼ ਹੋ ਗਏ। ਮੈਂ ਤੁਹਾਨੂੰ ਭਰਾ ਮੰਨਿਆ, ਤੁਸੀਂ ਮੈਂ ਵੀ ਕਾਰਡ ਦਿੱਤਾ ਸੀ, ਉਹਨਾਂ ਨੇ ਕਾਰਡ ਤੇ ਉੱਧਰੋਂ ਕਿਉਂ ਆਏ? ਆਪਾਂ ਕਿਹਾ ਬਰਾਤ ਦੇ ਨਾਲ ਆ ਗਏ, ਸਾਨੂੰ ਕੀ ਪਤਾ ਤੁਹਾਡੇ ਕੋਲ ਆਏ, ਤੁਸੀਂ ਇੱਧਰੋਂ ਸਮਝ ਲਓ। ਮਤਲਬ ਇੰਨਾ ਉਹਨਾਂ ਨਾਲ ਪਿਆਰ ਸਾਡਾ, ਇਹਨਾਂ ਬ੍ਰਦਰ ਨੂਰ, ਇੱਕ
ਪਵਨ ਸੀ ਨਾਲ ਇੱਕ ਨਾਲ ਦੇ, ਮਤਲਬ ਇੱਕ ਪਰਿਵਾਰ ਦੇ ਮੈਂਬਰ ਜਿੱਦਾਂ ਰਹਿੰਦੇ ਸੀ ਨਾ, ਬੜਾ ਇੰਜੋਏ ਕੀਤਾ ਲਾਈਫ ਨੂੰ। ਮਤਲਬ ਉਹ ਦਿਨ ਵਾਪਸ ਦੁਬਾਰਾ ਨਹੀਂ ਆਣੇ ਕਦੀ। ਪਰ ਮੈਂ ਪੱਕਾ ਕਹਾਂ ਸਰਦੂਲ ਜੀ ਦੁਨੀਆ 'ਚੋਂ ਗਏ ਨਹੀਂ ਹੈਗੇ। ਪਰਿਵਾਰ ਵਾਸਤੇ ਚਲੇ ਗਏ ਆ, ਪਬਲਿਕ ਵਾਸਤੇ ਤੇ ਉਹ ਉਸ ਤੋਂ ਜ਼ਿਆਦਾ ਹੁਣ ਸਕਰੀਨਾਂ ਤੇ ਦੇਖਾਂਗੇ। ਰਹਿੰਦੀ ਦੁਨੀਆ ਤੱਕ ਇਹਨਾਂ ਦੇ ਲੋਕ ਗੀਤ ਬਣ ਜਾਣੇ, ਇਹਨਾਂ ਦੇ ਗੀਤ ਜਿਹੜੇ ਸਾਰੇ। ਇਸ ਕਰਕੇ ਮੇਰੇ ਹਿਸਾਬ ਨਾਲ ਤੇ ਆਉਣ ਵਾਲਾ ਟਾਈਮ ਸਾਡੇ ਜਿਹੜੇ ਪੋਤੇ ਪੋਤੀਆਂ ਵੀ ਇਹਨਾਂ ਦੇ ਗਾਣੇ ਸੁਣਨਗੇ। ਦੋਸਤੋ, ਜਿੱਦਾਂ ਸਰਦੂਲ ਜੀ ਦੀ ਅੰਤਿਮ ਯਾਤਰਾ ਆਪਣੇ ਸਥਾਨ ਤੇ ਪਹੁੰਚ ਰਹੀ ਹੈ, ਉੱਦਾਂ ਸੈਲੀਬ੍ਰਿਟੀਜ਼ ਦਾ ਇਕੱਠ ਵੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਨੇ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪੰਜਾਬ ਦੇ ਮੰਨੇ ਪ੍ਰਮੰਨੇ ਕਾਮੇਡੀ ਦੇ ਕਲਾਕਾਰ, ਤੇ ਉਸ ਤੋਂ ਬਾਅਦ ਮੰਨੇ ਪ੍ਰਮੰਨੇ ਸਿੰਗਰ ਦੁਰਗਾ ਰੰਗੀਲਾ ਜੀ ਤੇ ਹੋਰ ਵੀ ਬਹੁਤ ਸਾਰੇ ਸੈਲੀਬ੍ਰਿਟੀਜ਼ ਇੱਥੇ ਆਉਣੇ ਸ਼ੁਰੂ ਹੋ ਗਏ ਨੇ। ਅਸੀਂ ਕੋਸ਼ਿਸ਼ ਕਰਾਂਗੇ ਜੇ ਕਿਸੇ ਨਾਲ ਤੁਹਾਡੀ ਗੱਲਬਾਤ ਕਰਾ ਸਕੀਏ, ਪਰ ਮੈਂ ਕੈਮਰਾਮੈਨ ਨੂੰ ਦਰਖਾਸਤ ਕਰੂੰਗਾ ਕਿ ਇੱਕ ਵਾਰੀ ਸਾਰਿਆਂ ਦਰਸ਼ਨ ਦੁਰਗਾ ਰੰਗੀਲਾ ਜੀ ਸਾਹਮਣੇ ਦਿਖਾਈ ਦੇ ਰਹੇ ਨੇ। ਉਹ ਬਿਲਕੁਲ ਕਬਰ ਦੇ ਕੋਲ ਬੈਠੇ ਨੇ। ਦੁਰਗਾ ਰੰਗੀਲਾ ਜੀ ਬਿਲਕੁਲ ਸਾਹਮਣੇ ਦਿਖਾਈ ਦੇ ਰਹੇ ਨੇ। ਉਹ ਬਿਲਕੁਲ ਹੀ ਕਬਰ ਦੇ ਕੋਲ ਖੜੇ ਨੇ ਤੇ ਹੋਰ ਵੀ ਬਾਕੀ ਉਹਨਾਂ ਦੇ ਸਾਥੀ ਕਲਾਕਾਰ ਤੇ ਪਿੰਡ ਦੇ ਜਿਹੜੇ ਸਾਥੀ ਨੇ ਉਹ ਇੱਥੇ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਵਾਸਤੇ ਪਹੁੰਚੇ ਨੇ। ਬੜੇ ਸਾਰੇ ਕਲਾਕਾਰ ਇੱਥੇ ਹੈਗੇ ਨੇ, ਬਟ ਇਸ ਸਮੇਂ 'ਤੇ ਹਰੇਕ ਨਾਲ ਗੱਲ ਕਰਨਾ ਜਿਹੜਾ ਹੋ ਨਹੀਂ ਪਾਉਂਦਾ ਹੈਗਾ। ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਕਿਸੇ ਨਾਲ ਗੱਲ ਕਰਾ ਸਕੀਏ। ਰਿਕਾਰਡਿੰਗ ਮਧੂ ਚੌਕੀ ਜੀ ਸਾਡੇ ਨਾਲ ਦੋਸਤੋ ਮਦਨ ਸ਼ੌਂਕੀ ਜੀ ਹੈਗੇ, ਉਹਨਾਂ ਬਾਰੇ ਜਾਣਾਂਗੇ ਜੀ। ਅੱਜ ਦੇ ਬਾਰੇ ਕੀ ਕਹਿਣਾ ਚਾਹੋਗੇ? ਅੱਜ ਪੰਜਾਬ ਦਾ ਇੱਕ ਐਸਾ ਸੰਗੀਤ ਦਾ ਯੁੱਗ ਖਤਮ ਹੋ ਗਿਆ ਜੀ। ਨਾ ਇਹੋ ਜਿਹਾ ਇਨਸਾਨ ਹੋ ਸਕਦਾ ਹੈ, ਨਾ ਇਹੋ ਜਿਹਾ ਕੋਈ ਗਾਇਕ ਸੰਗੀਤਕਾਰ ਹੋ ਸਕਦਾ ਹੈ ਪੰਜਾਬ ਦੇ ਵਿੱਚ ਕਿ ਦੁਨੀਆ ਦੇ ਵਿੱਚ। ਮਤਲਬ ਕਿ ਅੱਜ ਉਹ ਦੇਖਣ ਨੂੰ ਮਿਲਿਆ ਕਿ ਹੁਣ ਜਬ ਹਮ ਆਏ ਜਗਤ ਮੇ ਜਗ ਹਸੇ ਹਮ ਰੋਏ, ਐਸੀ ਕਰਨੀ ਕਰ ਚਲੇ ਹਮ ਹਸੇ ਜਗ ਰੋਏ। ਅੱਜ ਪੂਰਾ ਜਗ ਰੋਂਦਾ ਦੇਖਿਆ ਜੀ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ। ਮੇਰੇ ਨਾਲ ਤਾਂ ਬਹੁਤ ਗੂੜਾ ਰਿਸ਼ਤਾ ਸੀ ਭਾਜੀ ਦਾ, ਮਤਲਬ ਕਿ ਬਿਨਾਂ ਬੁਲਾਏ ਘਰ ਆ ਜਾਣਾ, ਸੁੱਤੇ ਪੈਰ ਨੂੰ ਚੱਕ ਕੇ ਲੈਣ ਚੱਲ ਪ੍ਰੋਗਰਾਮ 'ਤੇ। ਮੈਂ ਤਾਂ ਅੱਜ ਬਿਲਕੁਲ ਸਾਡਾ ਇੱਕ ਖਤਮ ਹੋ ਗਿਆ ਸਾਰਾ ਕੁਛ। ਮੈਂ ਉਹੀ ਪੁੱਛਣਾ ਚਾਹ ਰਿਹਾ ਸੀ, ਤੁਹਾਡੇ ਨਾਲ ਤਾਂ ਉਹਨਾਂ ਦੀ ਬੜੀ ਸ਼ੁਰੂ ਦੀ ਸਾਂਝ ਰਹੀ ਹੈ ਤੇ ਬੜੇ ਅੰਤ ਤੱਕ ਤੁਸੀਂ ਉਹਨਾਂ ਨਾਲ ਰਿਹਾ। ਉਹਨਾਂ ਨੇ ਜਾਗਰਣ ਵੀ ਕੀਤੇ, ਤੁਸੀਂ ਵੀ ਜਾਗਰਣ ਦੀ ਲਾਈਨ 'ਚ ਆਏ ਤੇ ਬੜਾ ਇੱਕ ਦੂਜੇ ਦਾ ਸਾਥ ਰਿਹਾ। ਤਾਂ ਪਰਿਵਾਰਿਕ ਮਾਹੌਲ ਤੁਹਾਡਾ ਉਹਨਾਂ ਨਾਲ ਬਹੁਤ ਵਧੀਆ ਰਿਹਾ। ਬਹੁਤ। ਮੈਂ ਬੇਸਿਕਲੀ ਰੋਪੜ ਤੋਂ ਹੈ ਹਾਂਜੀ, ਤਾਂ ਇਸ ਲਈ ਮੈਨੂੰ ਹਾਸੇ 'ਚ ਕਹਿ ਦਿੰਦੇ ਸੀ ਉਹ ਸ਼ੌਂਕੀ ਜਾਈ ਨਾ, ਮੈਂ ਤੇਰਾ ਜੀਜਾ ਲੱਗਦਾ। ਤਾਂ ਇਸ ਲਈ ਮੇਰੇ ਬਹੁਤ ਗੂੜੀ ਨੇੜਤਾ ਸੀ ਮੇਰੀ ਭਾਜੀ ਨਾਲ। ਅੱਜ ਅਸੀਂ ਅੰਦਰੋਂ ਟੁੱਟੇ ਪਏ ਆ, ਬਿਲਕੁਲ ਖਤਮ ਹੋ ਗਿਆ ਸਾਰਾ ਕੁਛ। ਉਹਨਾਂ ਦੀ ਇੱਕ ਗੱਲ ਹੋਰ ਵੀ ਤੁਹਾਡੇ ਵੱਲੋਂ ਬੜੀ ਵਾਰੀ ਸੁਣਨ ਨੂੰ ਆਈ, ਕਹਿੰਦੇ ਇੱਕ ਤਾਂ ਸੁਰੀਲਾ ਗਾਇਕ ਹੁੰਦਾ, ਜਿਹੜਾ ਨਹੀਂ ਵੀ ਸੁਰੀਲਾ ਹੁੰਦਾ ਉਸ 'ਚ ਵੀ ਕੋਈ ਨਾ ਕੋਈ ਸੁਰ ਜ਼ਰੂਰ ਹੁੰਦਾ। ਉਹਨਾਂ ਨੂੰ ਗੱਲ ਨੂੰ ਹਾਸੀ 'ਚ ਕਹਿਣ ਦਾ ਇੱਕ ਜਿਹੜਾ ਭਾਵ ਸੀ ਉਹ ਬੜੀ ਚੰਗੀ ਤਰੀਕੇ ਨਾਲ ਕਹਿੰਦੇ। ਗੱਲ ਮੈਨੂੰ ਵੀ ਸਮਝ ਆਈ। ਮੈਨੂੰ ਕਹਿੰਦੇ, ਕਿਸੇ ਨੇ ਕਿਹਾ ਕਿ ਭਾਜੀ ਕੋਈ ਫਲਾਣਾ ਬੰਦਾ ਬੜਾ ਬੇਸੁਰਾ ਗਾਉਂਦਾ ਹੈ, ਤਾਂ ਮੈਂ ਕੋਲ ਬੈਠਾ ਸੀ, ਮੇਰਾ ਹੱਥ ਫੜ ਕੇ ਕਹਿੰਦੇ ਸ਼ੌਂਕੀ ਤੈਨੂੰ ਗੱਲ ਇੱਕ ਪਤਾ? ਮੈਂ ਕੀ ਜੀ? ਕਹਿੰਦੇ ਬੇਸੁਰੇ ਕੋਲ ਵੀ ਇੱਕ ਸੁਰ ਹੁੰਦਾ ਹੈ, ਉਹ ਵੀ ਕੋਈ ਨਾ ਕੋਈ ਸੁਰ ਉਹਦਾ ਲੱਗ ਰਿਹਾ ਹੁੰਦਾ ਹੈ। ਇਸ ਲਈ ਇਹ ਰੂਹਾਂ, ਇਹ ਫਰਿਸ਼ਤੇ ਸੀਗੇ, ਇਹ ਅਮਰ ਨੇ। ਕਿਸੇ ਨੂੰ ਕਿਹਾ ਹੀ ਨਹੀਂ ਕੁਛ ਵੀ ਇੱਕ ਬੇਸੁਰਾ ਵੀ ਗਾ ਰਿਹਾ, ਉਹਦੇ ਕੋਲ ਵੀ ਇੱਕ ਸੁਰਾ। ਸ਼ੌਂਕੀ ਸਾਹਿਬ, ਇੱਕ ਗੱਲ ਇਹ ਸਾਰੀ ਜ਼ਿੰਦਗੀ ਨਾ ਭੁੱਲਣ ਵਾਲੀ ਗੱਲ ਹੈ। ਬਿਲਕੁਲ। ਘਾਟਾ ਤਾਂ ਜਿਹੜਾ ਸਾਨੂੰ ਪਿਆ ਹੀ ਹੈ, ਸੰਗੀਤ ਇੰਡਸਟਰੀ ਨੂੰ ਜਿਹੜਾ ਘਾਟਾ ਪਿਆ ਇਹ ਬਹੁਤ ਵੱਡਾ, ਇਹ ਕਦੇ ਨਾ ਪੂਰਾ ਹੋਣੇ ਵਾਲਾ ਘਾਟਾ ਸਾਡੇ ਵੱਲੋਂ। ਅਸੀਂ ਸਾਡੇ ਚਾਚਾ ਜੀ ਸਾਡੇ ਚਾਚਾ ਸੋਹਣ ਜੀ, ਚਾਚਾ ਜੀ ਤੁਸੀਂ ਦੱਸੋ ਇਹਨਾਂ ਬਾਰੇ, ਮੇਰੇ ਤੋਂ ਨਹੀਂ ਗੱਲ ਦੱਸਣ ਦੀ। ਉਹ ਕਹਿੰਦੇ ਆ ਮੌਤ ਬਚਪਨ ਨਾ ਕਿਸੇ ਦਾ ਵੇਖਦੀ ਹੈ, ਨਾ ਜਵਾਨੀ ਉਮਰ ਟਲੀ ਵੇਖੇ, ਤੋੜ ਕੇ ਖਾ ਕਰ ਲਾਈ ਜਾਵੇ, ਨਾ ਇਹ ਫੁੱਲ ਵੇਖੇ ਨਾ ਇਹ ਕਲੀ ਵੇਖੇ, ਇਹਦੇ ਅੱਗੇ ਨਾ ਕਿਸੇ ਦਾ ਜ਼ੋਰ ਚੱਲੇ, ਬੜੇ ਸ਼ਾਹ ਜ਼ੋਰ ਤੇ ਵਲੀ ਵੇਖੇ, ਮੌਤ ਗੌਸ ਬਦਾਲ ਨਾ ਕੁਤਬ ਵੇਖੇ, ਨਾ ਨਵੀ ਵੇਖੇ ਨਾ ਅਲੀ ਵੇਖੇ। ਇਹ ਨਹੀਂ ਦੇਖਦੀ, ਪਰ ਇਹੋ ਜਿਹੇ ਜਿੰਨੇ ਵੱਡੇ ਉਹ ਗਵਈਏ ਸੀ ਉਦੋਂ ਵੱਡੇ ਉਹ ਇਨਸਾਨ ਸੀ। ਅਸੀਂ ਲੋਕਾਂ ਦੇ ਕਲਾਕਾਰ, ਉਹ ਸਾਡੇ ਵੀ ਕਲਾਕਾਰ ਸੀ। ਐਡੇ ਬੜੇ ਉਹਨਾਂ ਦੇ ਕੰਮ, ਐਡੇ ਬੜੇ ਉਹਨਾਂ ਦੇ ਸੁਭਾਅ, ਐਸਾ ਸੁਰ, ਐਸਾ ਦਿਮਾਗ। ਪਹਿਲੀ ਗੱਲ ਤਾਂ ਬੰਦੇ ਦਾ ਨਾਮ ਨਹੀਂ ਬਣਦਾ, ਨਾਮ ਬਣ ਗਿਆ ਸੁਭਾਅ ਨਹੀਂ ਵਧੀਆ ਹੁੰਦਾ। ਜੇ ਸੁਭਾਅ ਚੰਗਾ
ਤਾਂ ਲਾਲਚੀ ਹੋਊਗਾ ਉਹਨਾਂ ਉਹ 16 ਕਲਾਂ ਸਪੂਰਨ ਸੀ 16 ਕਲਾਂ ਸਪੂਨ ਉਹ 16 ਕਲਾਂ ਸਪੂਰਨ ਸੀ ਅੱਜ ਤੱਕ ਕਿਸੇ ਦੀ ਲੜਾਈ ਕਿਸੇ ਨਾਲ ਲੜਾਈ ਨਹੀਂ ਹੋਈ ਭਾਜੀ ਕੋਈ ਨਹੀਂ ਕਿਸੇ ਨਾਲ ਇੱਕ ਨਵੰਬਰ ਦੀ ਜਿਹੜੀ ਪਹਿਲੀ ਰਾਤ ਸੀ ਅਸੀਂ ਇਕੱਠੇ ਜਗਰਾਤਾ ਕਰ ਰਹੇ ਸੀ ਔਰ ਮੈਨੂੰ ਗਾਉਣ ਜਦੋਂ ਮੈਂ ਗਾ ਕੇ ਹਟ ਗਿਆ ਫਿਰ ਜਾਣ ਨਹੀਂ ਦਿੱਤਾ ਜੱਫੀ ਪਾ ਲਈ ਕਹਿੰਦੇ ਜਾਈ ਨਾ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਹੈਗੀ ਤੂੰ ਮੇਰੇ ਕੋਲ ਬਹਿ ਜਾ ਤੇ ਅੱਜ ਸਾਨੂੰ ਛੱਡ ਕੇ ਚਲੇ ਗਏ। ਜਿਹੜਾ ਹੁਣ ਤੁਸੀਂ ਅਖੀਰਲੀ ਵਾਰ ਜਾਗਰਣ ਲੈ ਕੇ ਤਰੀਕ ਦਾ ਸੀ ਉਹ 1 ਨਵੰਬਰ ਦੀ ਪਹਿਲੀ ਰਾਤ 1 ਨਵੰਬਰ ਦੀ ਪਹਿਲੀ ਰਾਤ ਇਕੱਠੇ ਜਾਗਰਣ ਸੀ। ਅਸੀਂ ਹੁਣੇ ਕੁਝ ਆਮ ਪਬਲਿਕ ਨਾਲ ਵੀ ਗੱਲ ਕਰ ਰਹੇ ਸੀ ਮਤਲਬ ਤੁਸੀਂ ਤਾਂ ਕਲਾਕਾਰ ਸਾਥੀ ਹੋਣ ਦੇ ਨਾਤੇ ਇੱਥੇ ਐਡਾ ਹਜੂਮ ਹੈ ਜਿਹੜੇ ਉਹਨਾਂ ਦੇ ਫੈਨਸ ਵੀ ਬਹੁਤ ਸਾਰੇ ਪਹੁੰਚੇ ਨੇ ਇੱਥੋਂ ਪਤਾ ਲੱਗਦਾ ਕਿ ਇੱਕ ਕਲਾਕਾਰ ਦੀ ਚੜਾਈ ਕਿੱਡੀ ਸੀਗੀ। ਜਗਰਾਤਾ ਲਾਈਨ ਦੇ ਵਿੱਚ ਪੰਜਾਬੀ ਕਲਾਕਾਰ ਤਾਂ ਗਾਏ ਉਹਨਾਂ ਨੇ ਜਗਰਾਤਾ ਲਾਈਨ ਦੇ ਵਿੱਚ ਉਹਨਾਂ ਦਾ ਅਮਰ ਨਾਮ ਹੈ ਜਦੋਂ ਰਹਿੰਦੀ ਦੁਨੀਆ ਹੈ ਉਦੋਂ ਤੱਕ ਭੇਟਾਂ ਸੁਣਨਗੇ ਲੋਕ ਔਰ ਇਹ ਜਿਹੜੀ ਅੱਜ ਜਗ੍ਹਾ ਜਿੱਥੇ ਅਸੀਂ ਖੜੇ ਹਾਂ ਜਿੱਥੇ ਅੱਜ ਭਾਜੀ ਦਾ ਜਿਹੜਾ ਜੋ ਦਫਨਾਨ ਦੀ ਰਸਮ ਹੋ ਰਹੀ ਹੈ ਇਹ ਜਗ੍ਹਾ ਪਵਿੱਤਰ ਹੋ ਗਈ ਇਹ ਪੂਜੀ ਜਾਏਗੀ ਜਗ੍ਹਾ ਇਹ ਅੱਜ ਪੂਜਯੋਗ ਸਥਾਨ ਬਣ ਗਿਆ। ਉਹਨਾਂ ਨੇ ਹਰ ਰੰਗ ਗਾਇਆ ਕਵਾਲੀ ਵੀ ਗਾਈ ਗਜ਼ਲ ਵੀ ਗਾਈ ਦੁਗਾਣਾ ਵੀ ਗਾਇਆ ਸੂਫੀਆਨਾ ਵੀ ਗਾਇਆ ਹੈ ਜੀ ਸਾਰਾ ਰੰਗ ਗਾਏ ਉਹਨਾਂ ਨੇ। ਸਾਰੇ ਤੋਂ ਵਧੀਆ ਇਹ ਗੱਲ ਸੀਗੀ ਤੁਹਾਨੂੰ ਨਾਮੀ ਲੋਕ ਵੀ ਨੇ ਅੱਲਾ ਮੀਆਂ ਉਹਨਾਂ ਦੀ ਲੰਬੀ ਉਮਰ ਕਰੇ ਸੁਰੀਲੇ ਲੋਕ ਵੀ ਨੇ ਅੱਲਾ ਮੀਆਂ ਉਹਨਾਂ ਨੂੰ ਹੋਰ ਸੁਰ ਬਖਸ਼ੇ ਪਰ ਸੁਭਾਅ ਉਹਨਾਂ ਦਾ ਐਸਾ ਕਿਉਂਕਿ 3 ਚੀਜ਼ਾਂ ਨੇ ਤਕਦੀਰ ਤਸਵੀਰ ਤੈਸੀਰ ਉਹਨਾਂ ਦੀ ਤਕਦੀਰ ਵੀ ਵਧੀਆ ਸੀ ਉਹਨਾਂ ਦੀ ਤਸਵੀਰ ਵੀ ਵਧੀਆ ਸੀ ਉਹਨਾਂ ਦੀ ਤੈਸੀਰ ਵੀ ਵਧੀਆ ਸੀ ਜਿਹੜਾ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਕਿਉਂਕਿ ਤੁਸੀਂ ਹੁਣੇ ਜਾਗਰਣ ਦੀ ਗੱਲ ਕੀਤੀ ਹਾਲੇ ਪਿਛਲੇ ਮਹੀਨੇ ਹੀ ਸਾਨੂੰ ਇੱਕ ਵੱਡਾ ਘਾਟਾ ਪਿਆ ਸੀ ਨਰਿੰਦਰ ਚੰਚਲ ਜੀ ਦੇ ਨਾਮ ਦਾ ਜਿਨ੍ਹਾਂ ਨੂੰ ਜਾਗਰਣ ਸਮਰਾਟ ਕਿਹਾ ਜਾਂਦਾ ਫਿਰ ਉਸ ਤੋਂ ਬਾਅਦ ਹੁਣ ਇਸ ਮਹੀਨੇ ਸਰਦੂਲ ਜੀ ਵੀ ਚਲਾਣਾ ਕਰ ਗਏ ਤੇ ਮੈਂ ਤਾਂ ਕਈ ਜਗ੍ਹਾ ਪ੍ਰੋਗਰਾਮ ਦੇਖੇ ਜਿੱਥੇ ਚੰਚਲ ਜੀ ਤੇ ਸਰਦੂਲ ਜੀ ਨੇ ਇਕੱਠੀਆਂ ਸਟੇਜਾਂ ਕੀਤੀਆਂ ਤੇ ਉਹਨਾਂ ਨੇ ਕਦੀ ਵੀ ਕਿਤੇ ਆਪਣੇ ਆਪ ਨੂੰ ਉਹ ਨਹੀਂ ਕਹਿਣ ਦਿੱਤਾ ਤੇ ਚੰਚਲ ਜੀ ਨੇ ਉਹਨਾਂ ਪੂਰਾ ਹੰਗਾਰਾ ਦਿੱਤਾ। ਚੰਚਲ ਜੀ ਨੇ ਕਿਹਾ ਕਿ ਮੇਰੀ ਗੱਡੀ 'ਚ ਪਤਾ ਕੌਣ ਚੱਲਦਾ ਮੈਂ ਕਿਹਾ ਕੌਣ ਚੱਲਦਾ ਜੀ ਕਹਿੰਦੇ ਮੇਰੀ ਗੱਡੀ 'ਚ ਸਰਦੂਲ ਸਿਕੰਦਰ ਚੱਲਦਾ। ਸੋਚ ਕੇ ਦੇਖੋ ਕਿ ਉਹ ਕਿਸ ਲੈਵਲ ਦੇ ਸਿੰਗਰ ਸੀ ਕਿਸ ਲੈਵਲ ਦੇ ਇਨਸਾਨ ਸੀ। ਨਰਿੰਦਰ ਚੰਚਲ ਜੀ ਛੱਡ ਕੇ ਚਲੇ ਗਏ ਅੱਜ ਸਰਦੂਲ ਜੀ ਭਾਜੀ ਚਲੇ ਗਏ ਸਾਡੇ ਸ਼ੌਕਤ ਸਾਹਿਬ ਚਲੇ ਗਏ ਪਿੱਛੇ ਬੜਾ ਨੁਕਸਾਨ ਬਹੁਤ ਨੁਕਸਾਨ ਹੋਇਆ ਇਸ ਟਾਈਮ ਪਾਕਿਸਤਾਨ ਵਿੱਚ ਵੀ ਕੈਸੇ ਗਾਇਕ ਕੈਸੇ ਕਿਆ ਬਾਤ ਆ ਹੈ ਨਾ ਗੁਲਾਮ ਅਲੀ ਸਾਹਿਬ ਵੀ ਇੱਕ ਨਾਂ ਲੈਂਦੇ ਹੁੰਦੇ ਸੀਗੇ ਵੀ ਜੇ ਮੈਨੂੰ ਕੋਈ ਪਸੰਦ ਆ ਤਾਂ ਸਰਦੂਲ ਸਿਕੰਦਰ ਜੀ ਉਹ ਤਾਂ ਅਸੀਂ ਇੱਕ ਜਗ੍ਹਾ ਇੰਟਰਵਿਊ ਮੈਂ ਆਪਣਾ ਗੁਲਾਮ ਅਲੀ ਜੀ ਦਾ ਵੀ ਸੁਣਿਆ ਸੀ ਉਹ ਕਹਿੰਦੇ ਸੀ ਜੇ ਮੈਂ ਪਰਲੇ ਪੰਜਾਬ ਦਾ ਮੈਂ ਕਲਾਕਾਰ ਤੇ ਇੱਧਰਲੇ ਪੰਜਾਬ 'ਚ ਕਹਿੰਦੇ ਸਰਦੂਲ ਹੈ ਜਿਹਨੇ ਮੇਰੀ ਵਿਰਾਸਤ ਸਾਂਭੀ ਹੋਈ ਹੈ। ਬਹੁਤ ਵੱਡੀ ਗੱਲ ਹੈ ਇੰਨੀ ਮੈਲੋਡੀ ਮਤਲਬ ਕਿ ਮੈਂ ਐਜ਼ ਏ ਮਿਊਜ਼ਿਕ ਡਾਇਰੈਕਟਰ ਮੈਂ ਹਮੇਸ਼ਾ ਭਾਜੀ ਨੂੰ ਕਹਿੰਦਾ ਹੁੰਦਾ ਸੀ ਮੈਂ ਕਿਹਾ ਜਦੋਂ ਸਾਹਮਣੇ ਬੈਠੇ ਹੁੰਦੇ ਸੀ ਮੈਂ ਕਈ ਵਾਰ ਗਾਉਂਦਾ ਸੀ ਮੈਂ ਕਿਹਾ ਭਾਜੀ ਮੈਂ ਸਿਰਫ ਤੁਹਾਡੇ ਪੈਰੀ ਹੱਥ ਲਾਉਂਦਾ ਮੈਂ ਸਿਰਫ ਤੁਹਾਡੇ ਪੈਰੀ ਹੱਥ ਲਾਉਂਦਾ ਔਰ ਥੋਤੋਂ ਮੈਂ ਇੱਕ ਮੈਨੂੰ ਯਾਦ ਹੈ ਮੈਂ ਸ਼ੇਰ ਬੋਲਦਾ ਹੁੰਦਾ ਸੀ ਕਿ गंगा यमुना की लहरों सा या फिर सूरज जैसा होगा गंगा यमुना की लहरों सा या फिर सूरज जैसा होगा जो सबको स्वर दान करे माँ उस माँ का सुर कैसा होगा। मैं कहा सरदूल पाजी उस माँ का सुर आप जैसा होगा। हाँ क्या बात सरस्वती माँ भी थोड़े वर्गा गाँदी होगी मैं इस तरह बोलता हूँ स्टेजां पर सच ये है कि ਜਿਹੜੀ ਮੌਤ ਬਚਪਨ ਨਾ ਕਿਸੇ ਦਾ ਵੇਖਦੀ ਏ ਨਾ ਜਵਾਨੀ ਉਮਰੇ ਟਲੀ ਵੇਖੇ ਤੋੜ ਕੇ ਖਾ ਕੇ ਰਲਾਈ ਜਾਵੇ ਨਾ ਇਹ ਫੁੱਲ ਵੇਖੇ ਨਾ ਇਹ ਕਲੀ ਵੇਖੇ ਇਹਦੇ ਅੱਗੇ ਨਾ ਕਿਸੇ ਦਾ ਜ਼ੋਰ ਚੱਲੇ ਬੜੇ ਸ਼ਾਹ ਜ਼ੋਰ ਤੇ ਵਲੀ ਵੇਖੇ ਮੌਤ ਗੌਸ ਅਬਦਾਲ ਨਾ ਕੁਤਬ ਵੇਖੇ ਨਾ ਇਹ ਨਬੀ ਵੇਖੇ ਨਾ ਇਹ ਅਲੀ ਵੇਖੇ ਇਹ ਨਹੀਂ ਦੇਖਦੀ ਇਹ ਅਟਲ ਹੈ ਪਰ ਇਹ ਜਿਹੜਾ ਘਾਟਾ ਇਹੋ ਜਿਹੇ ਲੋਕ ਮੁੜ ਕੇ ਨਹੀਂ ਆਉਣੇ ਦਿੰਦੇ ਇਹ ਘਾਟਾ ਨਹੀਂ ਪੂਰਾ ਹੋ ਅੱਛਾ ਇੱਕ ਵਾਰ ਮਿਲਿਆ ਮੈਂ ਇੱਕ ਵਾਰ ਮਿਲਣ ਦਾ ਮੌਕਾ ਮਿਲਿਆ ਗੁਰੂ ਜੀ ਨੂੰ ਮਿਲੇ ਗੁਰੂ ਜੀ ਆਸ਼ੀਰਵਾਦ ਦਿਓ ਬੇਟਾ ਆਸ਼ੀਰਵਾਦ ਤੇਰੇ ਨਾਲ ਆ ਮਿਹਨਤ ਕਰੀ ਜਾਓ ਐਸਾ ਆਸ਼ੀਰਵਾਦ ਉਹਨਾਂ ਦਾ ਮਿਲਿਆ ਉਹਨਾਂ ਦੀਆਂ ਚੀਜ਼ਾਂ ਸੁਣ ਕੇ ਗਾਉਂਦੇ ਵੀ ਰਹੇ ਜਿੰਨਾ ਅੱਜ ਨਾ ਪਤਾ ਕੀ ਹੈ ਜੀ ਜਿਹੜਾ ਪੂਰਾ ਪੰਜਾਬ ਹੈ ਹਾਂਜੀ ਮੈਂ ਆਪਣੀ ਗੱਲ ਕਰਦਾ ਨਾ ਮੈਂ ਦੋ ਇਨਸਾਨ ਸਾਡੇ ਮੇਰੀ ਜ਼ਿੰਦਗੀ 'ਚ ਐਸੇ ਨੇ ਜਿਨ੍ਹਾਂ ਨੂੰ ਮੈਂ ਵੀ ਕਾਪੀ ਕੀਤਾ ਪੂਰਾ ਸੰਗੀਤ ਜਗਤ ਕਾਪੀ ਕਰਦਾ ਚਰਨਜੀਤ ਹੂਜਾ ਸਾਹਿਬ ਹਾਂਜੀ ਸਰਦੂਲ ਸਿਕੰਦਰ ਸਾਹਿਬ ਚਰਨਜੀਤ ਜੀ ਤਾਂ ਉਹਨਾਂ ਦੇ ਗੁਰੂ ਰਹੇ ਨੇ। ਚਰਨਜੀਤ ਹੂਜਾ ਸਾਹਿਬ ਨੂੰ ਜੇ ਅੱਜ ਪੰਜਾਬ ਦੇ ਵਿੱਚ ਸੰਗੀਤ ਦਾ ਯੁੱਗ ਚੱਲ ਰਿਹਾ ਤਾਂ ਮੇਰੇ ਸਮੇਤ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਕਾਪੀ ਕੀਤਾ ਹੈ। ਸਰਦੂਲ ਸਿਕੰਦਰ ਸਾਹਿਬ ਦੀ ਗਾਇਕੀ ਅੱਜ ਵੀ ਕਾਪੀ ਹੋ ਰਹੀ ਹੈ ਤੋਂ 30 ਸਾਲ ਪਹਿਲਾਂ ਵੀ ਹੋ ਰਹੀ ਸੀ ਔਰ ਇਹ ਪੂਰੇ ਯੁੱਗ ਤੱਕ ਇੱਦਾਂ ਹੀ ਚੱਲੇਗੀ। ਸਰਦੂਲ ਸਿਕੰਦਰ ਸਾਹਿਬ ਦਾ ਨਾਮ ਕਦੇ ਨਹੀਂ ਖਤਮ ਨਹੀਂ ਹੋ ਸਕਦਾ। ਉਹਨਾਂ ਨੂੰ ਸੁਰਾਂ ਦਾ ਸਿਕੰਦਰ ਸੁਰਾਂ ਨੂੰ ਸਾਹਿਬ ਉਹਨਾਂ ਦੇ ਫੈਨ ਆ ਸੀ ਉਹ ਸਾਡੇ ਵੀ ਸਿੰਗਰ ਨੇ। ਮੈਂ ਆਪਣੇ ਨਾਮ ਦੇ ਨਾਲ ਪਿੱਛੇ ਸਾਊਂਡ ਸਿਕੰਦਰ ਲਾਇਆ ਮੈਂ ਆਪਣੇ ਨਾਮ ਦੇ ਨਾਲ ਕਿ ਉਹਨਾਂ ਦੇ ਰਸਤੇ ਤੇ ਚੱਲਣਾ ਤੇ ਉਹਨਾਂ ਦੇ ਰਾਹਾਂ ਉੱਤੇ ਚੱਲਣਾ ਪਰ ਉਹੋ ਜਿਹਾ ਹੋਣਾ ਬਹੁਤ ਮੁਸ਼ਕਿਲ ਹੈ। ਬਹੁਤ ਸ਼ੁਕਰੀਆ ਥੈਂਕ ਯੂ। ਤੇ ਇਹ ਸੀਗੇ ਪੰਜਾਬ ਦੇ ਮੰਨੇ ਪਰਵੰਨੇ ਸੰਗੀਤਕਾਰ ਮਦਨ ਸ਼ੌਂਕੀ ਜੀ ਤੇ ਉਹਨਾਂ ਦੇ ਸਾਥੀ ਕਲਾਕਾਰ ਤੇ ਅਸੀਂ ਹੋਰ ਵੀ ਕਲਾਕਾਰਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਰਵਾਂਗੇ ਤੇ ਦੇਖਦੇ ਹਾਂ ਕਿਹਦੇ ਨਾਲ ਸਾਨੂੰ ਗੱਲ ਕਰਨ ਦਾ ਮੌਕਾ ਮਿਲਦਾ ਹੈ ਤੇ ਜਿੱਦਾਂ ਵੀ ਮੌਕਾ ਮਿਲੇਗਾ ਅਸੀਂ ਤੁਹਾਡੀ ਗੱਲਬਾਤ ਜ਼ਰੂਰ ਕਰਾਵਾਂਗੇ। ਥੈਂਕ ਯੂ ਦੋਸਤੋ ਤੁਹਾਨੂੰ ਦਿਖਾਉਂਦੇ ਹਾਂ
ਗਾਇਕ ਖਾਨ ਸਾਹਿਬ ਜਿਹੜੇ ਉਹਨਾਂ ਦੇ ਬੜੇ ਹੀ ਨੇੜੇ ਸੀਗੇ ਤੇ ਪਰਿਵਾਰਿਕ ਮਾਹੌਲ ਚੋਂ ਵੀ ਆਉਂਦੇ ਨੇ, ਉਹ ਮੈਂ ਕੈਮਰਾਮੈਨ ਦਰਖਾਸਤ ਕਰਾਂਗਾ ਕਿ ਉਹਨਾਂ ਦੀ ਜਿਹੜੀ ਸਪੁਰਦੇ ਖਾਕ ਦੀ ਕਬਰ ਤਿਆਰ ਕੀਤੀ ਹੋਈ ਹੈ ਉਹ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਵਾਸਤੇ ਉੱਥੇ ਬੈਠੇ ਹੋਏ ਨੇ। ਸਰਕਾਰੀ ਅਮਲਾ ਆਪਣੇ ਪੂਰੇ ਹਰਕਤ 'ਚ ਆ ਗਿਆ ਹੈ ਕਿਉਂਕਿ ਹੁਣ ਉਹ ਅੰਤਿਮ ਸਮਾਂ ਆ ਗਿਆ ਜਦੋਂ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਜਾਏਗਾ ਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਜਿਹੜੇ ਪਰਿਵਾਰਿਕ ਰਸਮਾਂ ਹਨ ਉਹਨਾਂ ਵਿੱਚ ਕੋਈ ਵੀ ਵਿਘਨ ਨਾ ਪਵੇ ਤੇ ਉਹ ਜਿਹੜਾ ਅੰਤਿਮ ਸੰਸਕਾਰ ਦੀਆਂ ਰਿਆਇਤਾਂ ਨੇ ਉਹ ਪੂਰੇ ਤਰੀਕੇ ਨਾਲ ਤੇ ਰਸਮੀ ਰਿਵਾਜ ਦੇ ਨਾਲ ਪੂਰੀਆਂ ਕੀਤੀਆਂ ਜਾਣ। ਤੁਹਾਨੂੰ ਅਸੀਂ ਅੱਗੇ ਪਲ ਪਲ ਦੀ ਖਬਰਾਂ ਸੁਣਾਉਂਦੇ ਰਵਾਂਗੇ। ਦੋਸਤੋ, ਹਾਸੀ ਮਜ਼ਾਕ ਦੀ ਦੁਨੀਆ ਦੇ ਦੋ ਮਹਾਰਥੀ ਜਸਵਿੰਦਰ ਭੱਲਾ ਤੇ ਬਾਲਮੁਕੁੰਦ ਸ਼ਰਮਾ ਜੀ ਵੀ ਇੱਥੇ ਪਹੁੰਚ ਗਏ ਨੇ। ਉਹ ਵੀ ਆਪਣੀ ਰਸਮੀ ਅਦਾਇਗੀ ਵਾਸਤੇ ਇੱਥੇ ਆਏ ਨੇ। ਅਸੀਂ ਕੋਸ਼ਿਸ਼ ਕਰਾਂਗੇ ਜੇ ਉਹਨਾਂ ਨਾਲ ਗੱਲ ਹੋ ਸਕੇ ਪਰ ਤੁਹਾਨੂੰ ਤਸਵੀਰਾਂ ਰਾਹੀਂ ਜ਼ਰੂਰ ਦਿਖਾਵਾਂਗੇ। ਪੰਜਾਬ ਦਾ ਕੋਈ ਐਸਾ ਕਲਾਕਾਰ ਨਹੀਂ ਹੈਗਾ ਜਿਹੜਾ ਅੱਜ ਇੱਥੇ ਨਾ ਆਇਆ ਹੋਵੇ ਤੇ ਹਰ ਕਲਾਕਾਰ ਆਪਣੀ ਹਾਜ਼ਰੀ
ਥੋੜਾ ਥੋੜਾ ਪਿੱਛੇ ਨੂੰ ਕਰ ਲਓ ਇੱਕ ਦੇ ਯਾਰ ਆਹ ਫੱਟੇ ਚੱਕਣੇ ਨੇ, ਆਹ ਚੀਜ਼ਾਂ ਕੰਮ ਲਾਉਣੀਆਂ ਨੇ। ਆਹ ਚੀਜ਼ਾਂ ਲਾਓ ਯਾਰ, ਪਿੱਛੇ ਨੂੰ ਬੜਾ ਪਿੱਛੇ ਆ ਜਾਓ। ਮੇਰੇ ਪਿੱਛੇ ਪਿੱਛੇ ਨੂੰ ਸਾਡਾ ਜਿਹੜਾ ਕੰਮ ਕਰਨਾ ਸਾਨੂੰ ਉਹ ਨਹੀਂ ਸਾਰਾ ਹੀ ਉੱਪਰ ਆ ਕੇ ਫਿਰ ਫਾਇਦਾ ਨਹੀਂ। ਜੁੱਤੀਆਂ ਦਾ ਰੱਖੋ ਨਾ ਯਾਰ, ਨਹੀਂ ਇਦਾਂ ਨਹੀਂ ਹੋਣਾ। ਨਾ ਕਰੋ, ਪਿੱਛੇ ਪਰੇ ਹੋ ਜਾਓ, ਪਿੱਛੇ ਨੂੰ ਬੜਾ ਪਿੱਛੇ ਨੂੰ ਪਿੱਛੇ ਨੂੰ ਆ ਭਾਜੀ ਨੂੰ ਸਮਾਨ ਕੱਢਣਾ ਜ਼ਿੰਮੇਦਾਰੀਆਂ ਫਿਰ ਕਰਨਾ ਜਿੱਥੇ ਜਗ੍ਹਾ ਹੈ ਨਹੀਂ ਕਵਰ ਕਰਨੀ ਉਹ ਚੀਜ਼ ਹੋਊਗਾ। ਜਿੱਥੇ ਜਗ੍ਹਾ ਹੈ ਨਾ, ਜਿੱਥੇ ਜਗ੍ਹਾ ਹੈ ਜਗ੍ਹਾ ਤਾਂ ਹੈ ਕਿ ਗੋਲੀ ਗੋਲੀ ਭਾਜੀ ਔਰੇ ਖੜੇ ਨੇ, ਫੜ ਲਵਾਂਗੇ ਛੇਤੀ ਆ ਜਾਓ ਮੜੇ, ਫੋਨ ਕਰ ਲਓ ਉਹਨਾਂ ਨੂੰ। ਪਰਿਵਾਰ ਵੱਲੋਂ ਸਾਰਿਆਂ ਨੂੰ ਬੇਨਤੀ ਆ, ਸਾਰੇ ਬੰਦੇ ਜਿਹੜੇ ਸ਼ਰਧਾ ਲਈ ਆਏ ਨੇ ਬਹਿ ਜਾਓ ਥੱਲੇ। ਬੰਗੜੀ ਬੰਦੇ ਯਾਰ ਮਗਰ ਵੀ ਖੜੇ ਯਾਰ ਵੀਰੇ, ਸਾਰੀ ਜਗ੍ਹਾ ਤੁਸੀਂ ਘਰੀ ਹੈ। ਉਹ ਬਹਿ ਜਾ ਭਰਾਵਾ, ਕੈਮਰੇ ਵਾਲੇ ਉੱਪਰ ਆ ਜਾਂਦੇ। ਉਹ ਵੀਰੇ ਬਹਿ ਜਾ ਯਾਰ, ਭਾਈ ਵੀਰੇ ਬਹਿ ਯਾਰ, ਮਗਰ ਵੀ ਖੜੇ ਆ ਬਹਿ ਯਾਰ। ਸੁਣਦੇ ਨਹੀਂ ਯਾਰ, ਕਿਉਂ ਨਹੀਂ ਸੁਣਦੇ ਵੀਰੇ? ਅਸੀਂ ਵੀ ਬਹਿ ਯਾਰ ਵੀਰੇ, ਬਹਿ ਪਹਿਲਾਂ ਤੁਸੀਂ ਬੈਠੋ ਅੱਗੇ ਵਾਲੇ, ਪਹਿਲਾਂ ਅੱਗੇ ਵਾਲੇ ਬਹਿ ਜਾਓ, ਅੱਗੇ ਵਾਲੇ ਬਹਿ ਜਾਓ।
यार मेरे हाथ टूट गए उस्ताद बैठ ਮੈਨੂੰ ਕਰਾ ਦੇ ਹੁਣ ਮੈਨੂੰ ਕਰਾ ਦੇ ਲਾ ਦੇ ਨਾਲ ਦਾ ਕੈਮਰੇ ਵਾਲੇ ਤੋਂ ਬਿਨਾ ਬਾਕੀ ਬਹਿ ਜਾ ਦੋਨੇ ਪੈਰਾਂ ਲਾ ਦੇ ਕਿੱਥੇ ਬਣਾਉਣੇ ਆ ਤੇ ਕੱਢ ਨਹੀਂ ਹੁੰਦਾ ਰੌਲਾ ਪਾਇਆ ਰੱਬ ਬਸ ਯਾਰ ਕੁਰਾਸ਼ਰੀਫ ਦੀਆਂ ਆਇਤਾਂ ਲੱਗੀਆਂ ਹੋਈਆਂ ਨੇ ਚੁੱਪ ਕਰ ਜਾ ਮੇਰਾ ਵੀਰ ਰੌਲਾ ਨਾ ਪਾਓ ਯਾਰ ਬਾਈ ਰੌਲੇ ਵਾਲੀ ਜਗ੍ਹਾ ਥੋੜੀ ਹੈ ਯਾਰ ਇਹ ਵੀਰੇ ਕੈਮਰੇ ਵਾਲੇ ਹੈਲੋ ਉਹ ਪ੍ਰਧਾਨ ਸਾਹਿਬ ਵੀਰੇ ਬੂਟ ਥੱਲੇ ਕਰ ਆਪਣੇ
ਕਲਾਕਾਰ ਕੋਈ ਵੀ ਜਿਹੜੇ ਸਭ ਉਹਨਾਂ ਨੂੰ ਸਿੱਧਾ ਕਰਦੇ ਪਏ ਨੇ ਕਿਉਂਕਿ ਬਹੁਤ ਕਮਾਲ ਦੀ ਖੂਬਸੂਰਤ ਸਨ ਸਰਦੂਲ ਸਿਕੰਦਰ ਬਹੁਤ ਕਮਾਲ ਲਿਖਦੇ ਸਨ ਬਹੁਤ ਕਮਾਲ ਗਾਉਂਦੇ ਸਨ ਬਹੁਤ ਕਮਾਲ ਗੱਲਾਂ ਕਰਦੇ ਸਨ ਆਪਣੇ ਉਦਾਹਰਨਾਂ ਦੇ ਨਾਲ ਆਪਣੇ ਆਪਣੇ ਚੀਜ਼ਾਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਵੱਖਰਾ ਹੀ ਜਵਾਬ ਲੈਂਦਾ ਇਹਨਾਂ ਦੇ भाई थल्ले बह यार
ਨੂੰ ਸਾਨੂੰ ਕਵਰ ਵੀ ਨਹੀਂ ਕਰਨ ਦੇਣਾ ਉਹਨਾਂ ਨੇ। ਪਿੱਛੇ ਹੋ ਜਾਓ, ਧੱਕੇ ਨਾ ਮਾਰੋ ਜੀ, ਪਿੱਛੇ ਹੋ ਜਾਓ ਜੀ, ਪਿੱਛੇ ਹੋ ਜਾਓ ਵੀਰੇ, ਪਿੱਛੇ ਹੋ ਜਾਓ। ਮੇਰੀ ਸਹੀ ਵੀ ਨਹੀਂ ਬਣਦੀ ਮਾਰਾ ਯਾਰ ਵੀਰੇ ਮਾਰਾ ਕਿ ਕਿੰਨਿਆਂ ਨੂੰ ਮਾਰਾ ਮਾੜਾ ਜਿਹਾ ਕਰ ਸਾਰੇ ਗੱਲ ਕਰਨ ਵਾਲੇ ਥੋੜਾ ਜਿਹਾ ਨੀਚੇ ਕਰ ਲੈ ਯਾਰ ਪੂਰੇ ਕੀਤੇ ਜਾ ਰਹੇ ਨੇ। ਜਿਹੜਾ ਲੱਕੜ ਦਾ ਡੰਡਾ ਲਾਇਆ ਤੇ ਪਿੱਛੇ ਮੀਡੀਆ ਵਾਲੇ ਭਾਜੀ ਨੂੰ ਬੇਨਤੀ ਹੈ, ਹੁਣ ਤੁਹਾਡੇ ਲਈ ਔਖਾ ਵੈਸੇ ਮੈਨੂੰ ਪਤਾ ਹੈ ਤੁਸੀਂ ਮੈਨੇਜ ਕਰ ਲਓ, ਸਵੇਰ ਦੇ ਪਤਾ ਰੱਖਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਬਿਲਕੁਲ ਨਹੀਂ ਰੱਖਿਆ ਜਾਵੇਗਾ। ਮੇਰੇ
ਧੱਕਾ ਮਾਰਿਆ ਜੇ ਮੈਂ ਤਾਂ ਨਹੀਂ ਜਾਂਦਾ ਜੇ ਹੋਰ ਤਾਂ ਜਾਣਗੇ ਬਹੁਤ ਦੂਰ ਵੀਡੀਓ ਦੇਖ ਲਓ ਇੱਥੇ ਦੇਖ ਲਓ ਕਿੰਨਾ ਕੁ ਉੱਚਾ ਹੋਈ ਜਾਈਏ ਇੱਥੇ ਰੱਖ ਵੀ ਟਿਕਾ ਕੇ ਯਾਰ ਮੈਂ ਤੈਨੂੰ ਸੈਂਡ ਕਰਕੇ ਇੱਦਾਂ ਬਣਾ ਠੀਕ ਆ और कर ली इधर से धक्का ना मारो भाई धक्का ना मारो ना दे कोई ना भाई पीछे हो गया सलाह दे मीटिंग को सारी रस्मां किया गई यार रोला ना पाओ यार बाजी प्लीज रोला ना पाओ यार हाथ जोड़ के बैठ लाइव तस्वीर भजन मान भावुक कोई नजर आ रहे हैं मास्टर सलीम भावुक ने अखा नम ने क्योंकि बड़ी सूरा दे सरताज
ਸਰਦੂਲ ਸਿਕੰਦਰ ਸਾਹਿਬ ਤੋਂ ਜਿਹੜੀ ਗਾਇਕੀ ਦੇ ਗੁਣ ਨੇ ਲਗਾਤਾਰ ਦਿੱਤੇ ਨੇ ਤੇ ਜਿਹੜੀਆਂ ਯਾਦਾਂ ਨੇ ਉਹ ਲੰਬੀਆਂ ਯਾਦਾਂ ਨੇ ਜਿਹੜੀਆਂ ਉਹ ਜੁੜੀਆਂ ਨੇ ਵੇਖ ਸਕਦੇ ਹੋ। ਪ੍ਰਾਰਥਨਾ ਕੀਤੀ ਜਾ ਰਹੀ ਹੈ ਤਾਂ ਜੋ ਭਗਵਾਨ ਵੱਲੋਂ ਆਪਣੇ ਚਰਨਾਂ ਦੇ ਵਿੱਚ ਸਿਕੰਦਰ ਸਾਹਿਬ ਨੂੰ ਜਿਹੜੇ ਨਾ ਦਿੱਤੀ ਜਾਵੇ। ਮਾਸਟਰ ਸਲੀਮ ਅੱਗੇ ਲੱਗ ਕੇ ਨੇ ਜਿਹੜੇ ਸਾਰੇ ਮੁਤਾਬਕ ਜਿਹੜੀ ਹੈ ਰੀਤੀ ਰਿਵਾਜ ਦੇ ਅਕੋਰਡਿੰਗ ਜਿਹੜਾ ਉਹਦੇ ਖਾਸਾ ਉਹਦੇ ਵਿੱਚ ਮਦਦ ਕਰ ਰਹੇ ਨੇ। ਅੱਖਾਂ ਦੇ ਵਿੱਚ ਹੰਝੂ ਦਿਖ ਰਹੇ ਨੇ। ਦੁੱਖ ਹੈ ਸਭ ਨੂੰ ਇਸ ਗੱਲ ਦਾ। ਵੱਡੇ ਵੱਡੇ ਕਲਾਕਾਰ ਨੇ ਜਿਹੜੇ ਉਹਨੇ ਮੌਜੂਦ ਨੇ। ਲਾਈਵ ਤਸਵੀਰਾਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ। ਇਹ ਦ੍ਰਿਸ਼ ਬਿਆਨ ਕਰਨ ਯੋਗ ਨਹੀਂ ਹੈ। अंतिम विदायगी रीति रिवाज के मुताबिक अंतिम विदायगी चल रही है। चलो चलो भी चलो मिट्टी को करनी पीछे ਤੁਸੀਂ ਵੀਡੀਓ ਆ ਲਓ ਉਹ ਆਪਣੇ ਵਾਕਈ ਸਲਾਮੀ ਦੇਣੀ ਸੀ ਦੂਜਾ ਮਾਰ ਕੇ ਪੁੱਛੋ ਤਾਂ ਆਪਣੇ ਐਸਪੀ ਸਾਹਿਬ ਕਹਿੰਦੇ ਸਾਨੂੰ ਕਰਨ ਦੋ ਆਪ ਕਰ ਲੋ ਯਾਰ ਆਗੇ ਫਿਰ ਲੈਣ ਦੋ ਉਹਨਾਂ ਕਰ ਰੋਜ਼ ਦਾ ਕੰਮ ਹੈ ਯਾਰ ਕਰਨਾ ਕੋਈ ਨਹੀਂ ਸਵੇਰ ਦੇ ਲੱਗੇ ਆਏ ਹੁਣ ਸੁਣਾਵਾਂਗੇ ਇਹ ਮੇਰੇ ਗੱਲ ਹੈ ਕੋਈ ਇਧਰ ਹੋ ਯਾਰ ਕੋਈ ਵੀ ਗੱਲ ਜ਼ਰੂਰੀ ਪੁੱਛਦੇ ਮੈਨੂੰ ਭਾਈ ਤੂੰ ਪਿੱਛੇ ਹੋ ਜਾ ਮੇਰਾ ਵੀਰ ਹੈਲੋ ਨਹੀਂ ਤੁਹਾਡੇ ਜਦੋਂ ਆ ਰਹੇ ਹੈਲੋ ਮੇਰਾ ਕੰਮ ਹੈ ਯਾਰ ਪਿੱਛੇ ਜਾ ਪਿੱਛੇ ਕੋਈ ਗੱਲ ਨਹੀਂ ਵੀਰ ਕੋਈ ਨਹੀਂ ਮੇਰੇ ਪਿੱਛੇ ਜਾ ਪਿੱਛੇ ਵੀਡੀਓ ਤੇ ਕਰ ਲੈਂਦੇ ਹੈ ਉਹ ਭਾਜੀ ਸਾਰੀ ਦੁਨੀਆ ਜ਼ਰੂਰੀ ਹੈ ਕਿ ਤੁਸੀਂ ਇਕੱਲੇ ਜ਼ਰੂਰੀ ਹੈ ਸਾਰੀ ਦੁਨੀਆ ਦੇ ਘਰ ਹੈ ਨਾ ਕੋਈ ਨਹੀਂ ਬਾਕੀ ਨੇ ਚਾਹਣ ਵਾਲੇ ਵੀ ਆ ਇਹ ਗੱਲ ਨਾ ਤੇਰੀ ਤੂੰ ਇਕੱਲੇ ਜਗਰਾ ਜੀ ਪੂਰੀ ਦੁਨੀਆ ਨੂੰ ਦਿਖਾਣਾ ਹੈ ਮੈਂ ਵੀਡੀਓ ਨਾਲ ਵੀਡੀਓ ਨਾਲ ਕੋਈ ਨਾ ਹੋਵੇ ਚਲੋ ਬਹਿ ਜਾਓ ਯਾਰ ਮੋਰੇ ਵਾਲੇ ਬਹਿ ਜਾਓ ਯਾਰ ਥੱਲੇ ਬਹਿ ਜਾਓ ਨਹੀਂ ਫਿਰ ਬਹਿ ਜਾ ਨਾ ਥੱਲੇ ਬਹਿ ਜਾਓ ਖਿੱਚੋ ਯਾਰ ਛਿੰਦੇ ਫੜ ਕੇ ਖਿੱਚ ਲਓ ਉਹਨੂੰ ਬੋਲ ਰਿਹਾ ਨਹੀਂ ਖਿੱਚਣਾ ਨਹੀਂ ਜਗ੍ਹਾ ਬਣਾ ਚਲੋ ਪਿੱਛੇ ਭਾਈ ਯਾਰ ਫੋਨ ਨਾਲ ਹੀ ਗਈ ਹੋਈ ਹੈ ਕਰਨਾ ਉਹਦੇ ਦਿਓ ਚੱਲਦਾ ਉਹ ਚਲਾਏ ਬਾਕੀ ਹੈ ਭਾਈ ਤੇਰਾ ਮੁੰਡਾ ਨਾਲ ਲੈ ਕਰਦਾ ਸਾਡਾ ਪਿੱਛੇ ਹੁਣ ਉਹਨੂੰ ਪਿੱਛੇ ਨੂੰ ਹਾਂ ਭਾਈ ਥੱਲੇ ਬਹਿ ਜਾ ਪਿੱਛੇ ਭਾਜੀ ਭਾਈ ਥੱਲੇ ਮੜਾ ਜਾ ਪਿੱਛੇ ਯਾਰ ਪਿੱਛੇ ਤੋਂ ਬਹੁਤ ਸਾਰੇ ਲੋਕ ਕਰ ਰਹੇ ਪਿੱਛੇ ਜਾਓ ਭਾਈ ਥੱਲੇ ਜਾਈ ਨਹੀਂ ਬੋਲਾ ਪਿੱਛੇ ਦੋ ਸਭਾ ਥੱਲੇ ਆਈ ਪਿੱਛੇ ਹੋ ਜਾ ਯਾਰ ਪਿੱਛੇ ਹੋ ਜਾ ਭਾਈ ਪਲੀਜ਼ ਹੁਣ ਮੈਨੂੰ ਭਾਈ ਪਿੱਛੇ ਜਾ ਨਹੀਂ ਬਾਹਰ ਭਾਈ ਪਿੱਛੇ ਜਾਏਗਾ ਠੀਕ ਹੈ ਜੀ ਉਹ ਕੰਮ ਨਹੀਂ 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 ਉਹ ਗੱਲ ਨਹੀਂ ਇਹ ਜਾਨ ਨਹੀਂ ਹੈ ਨਾ ਬਹੁਤ ਭਾਈ ਹਲੇ ਨੇ ਬੜੇ ਹਲੇ ਬਾਕੀ ਨੇ ਬੜੇ ਖਾਣ ਤੋਂ ਹਜੇ ਨਹੀਂ ਕੋਨੇ ਜੀ ਚਲੋ ਕਵਰ ਦੇ ਪਿੱਟੀ ਪੈ ਜੂਗੀ ਫੋਟੋ ਉਦੋਂ ਪਾਇਓ ਬਾਅਦ ਵਿੱਚ ਨਾ ਪਾਇਆ ਭਾਜੀ ਆਜੋ ਇੱਧਰ ਬਾਬਾ ਜੀ ਥੱਲੇ ਮੜੇ ਬਾਬਾ ਜੀ ਮੜੇ ਨੀਚੇ ਪੈਰ ਬਸ ਕਿਵੇਂ ਤੁਹਾਨੂੰ ਮੈਂ ਕਰਿਆ ਮੈਂ ਜਿਹੜਾ ਛੋਟਾ ਬੱਟਾ ਉਹਨੂੰ ਸਿਰੇ ਤੇ ਭਾਈ ਸਲਾਹ ਨਾ ਦੋ ਉਹਨੂੰ ਆਪੀ ਕਰਦੀ ਕਰਦੇ ਆ
सब आगे देखते हैं घुमा के ला लो सोच आप भी सोच सकते भी नहीं सर इजाजत नहीं देता दिल हरे लग सारे का यही हाल है कि नहीं दिल चाह के भी इजाजत नहीं देता ये कड़े बढ़ाओ कड़े पीछे हो जाओ डले चक्करे भाई इनके पीछे मीडिया वाले भाजी सब ਨੂੰ ਕਹਿੰਦੇ ਤੁਸੀਂ ਇਧਰਲੇ ਪਾਸੇ ਆ ਜਾਓ ਇੱਧਰ ਮਿੱਟੀ ਉਹ ਹੈ ਜਿਹੜੀ ਆਪਾਂ ਪੱਟ ਕੇ ਇੱਧਰ ਕਰਨੀ ਤੁਸੀਂ ਆਰਾਮ ਨਾਲ ਇਧਰਲੇ ਪਾਸੇ ਆ ਜਾਓ ਮਿੱਟੀ ਤੋਂ ਉਹ ਭਾਈ ਇਹ ਬਈ ਬਹੁਤ ਉੱਤੋਂ ਹੀ ਆਉਂਦੇ ਇਹ ਬਹੁਤ ਤਕੜੇ ਲੋਕ ਨੇ ਨਹੀਂ ਮੰਨਦੇ ਇਹ ਤਾਂ ਬਹੁਤ ਵਾਰ ਸਰ ਤੁਹਾਡੇ ਤੋਂ ਕੋਈ ਨਾਮ ਮੰਨੇ ਮੈਂ ਕਿਹਾ ਯਾਰ ਤੁਹਾਡੇ ਤੋਂ ਕੋਈ ਨਾਮ ਸਖਤੀ ਨਹੀਂ ਅਸੀਂ ਕਰ ਰਹੇ ਸਖਤੀ ਵਾਲਾ ਟਾਈਮ ਨਹੀਂ ਹੈ ਸਖਤੀ ਅਸੀਂ ਕਰਨੀ ਨਹੀਂ सुननी ओए एक मिनट पहले मैं पाऊंगा ओ भाई यार गल ओ भाई पहला परिवार वाले मिट्टी पाਉਂਦੇ पहले मैं पाऊंगा होई ਅਸੀਂ ਦੱਸਾਂਗੇ भाई थल्ले बैठ यार सुनी पहले मैं ਥੱਲੇ ਬੈਠ ਜਾ ਕੈਮਰੇ ਕੇ ਹਟਾਓ ਹੱਥ ਬੜੀ ਐਵੇਂ ਪਿੰਡ ਦਾ ਗਿਰ ਜਾਂਦਾ ਹੁੰਦਾ ਖਰਾਬ ਹੋ ਜਾਂਦਾ ਪਿੱਛੇ ਕਰ ਪਿੱਛੇ ਰੱਖ ਲੈ ਬਜ਼ੁਰਗੋ ਮੰਨ ਲਓ ਸਾਨੂੰ ਡਲਾ ਵੈਸੇ ਵੀ ਨਹੀਂ ਪਈ ਆਇਓ ਭਾਈ ਤੁਸੀਂ ਆਓ ਇਕੱਠੇ ਭਰਾ ਲਓ ਦੋਨੇ ਜਾਣੇ ये दुआ कर दीजिए एक मिनट भाई ओ एक मिनट भाई मुंडियाओ भाई जी चुप कर दो एक मिनट सन भी कर लेंदो कुछ भाई जी ये दुआ हो रही है पाजी वास्ते दुआ होनी है दो मिट्टी पानी है सब भी पहली ਇੱਕ ਹੋਰ ਨਾ ਬਣਾਓ ਹੱਥ ਵੱਡੇ ਵੱਡੇ ਸਾਰੇ ਕਿੱਥੇ ਸਾਰੇ ਕਿੱਥੇ ਸਭ ਤੋਂ ਪਹਿਲਾਂ ਫੜਾ ਉਹਦਾ ਹੱਥ ਫੜੋ ਮਾਨ ਸਾਹਿਬ ਲਾਪੀ ਪਿੱਛੇ ਰੱਖ ਇਧਰ ਮਾਨ ਸਾਹਿਬ ਘੁੰਮ ਕੇ ਆਓ ਜਲਦੀ ਕਰੋ ਹਾਂਜੀ 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 ਇਹ ਚੱਕ ਦੋ ਕਰੇ ਆ ਚੱਕ ਦੋ ਨਹੀਂ ਆ ਚੱਕੋ ਮੈਨੂੰ ਨਹੀਂ ਆ ਚੱਕੋ ਆ ਚੱਕੋ ਜੀ ऐसा खड़े करके पीछे फाड़ लो बच्चे हो गया
ਫੈਮਿਲੀ ਨੂੰ ਪਾ ਸਕਦੇ ਹੋ ਫਿਰ ਬਾਅਦ ਇੱਕ ਮਿੰਟ ਭਾਈ ਥੋੜਾ ਜਿਹਾ ਚੱਕ ਲਓ ਬੱਚੇ ਹੋਰ ਬਸ ਰੋਣਾ ਨਹੀਂ ਆ ਭਾਈ ਥੱਲੇ ਕਰ ਲੈ ਯਾਰ ਸੁਣਿਆ ਤੈਨੂੰ ਕਹਿਣਾ ਬਈ ਇੱਕ ਵਾਰੀ ਹੋਰ ਪਾ ਦੇ ਪਿੱਛੇ ਬਈ ਥੱਲੇ ਜਾਊਂਗਾ ਸਾਰੇ ਪਿੱਛੇ ਹੋ ਯਾਰ ਆ ਬਾਈ ਯਾਰ ਨਹੀਂ ਲੱਗੀ ਸਾਰੇ ਯਾਰ ਨਹੀਂ ਸਭ ਨੂੰ ਟਾਈਮ ਦਿੰਨੇ ਭਾਈ ਪਿੱਛੇ ਕਰ ਬਈ ਫੋਨ ਪਿੱਛੇ ਹਾਂ ਉਹਦਾ ਨਹੀਂ ਆ ਜਾ ਵਾਹ ਭਾਈ ਛਾਣਾ ਨਹੀਂ ਖੱਟਣਾ ਨਹੀਂ ਰਾਜੇ ਹਾਂਜੀ ਭਾਈ ਵਾਹ ਮਿੱਟੀ ਪਾਣੀ ਆ ਜਾ ਬੰਦੇ ਮਿਨਹਾ ਖਲਕਨਾकुम ये पढ़ ਇੱਕ ਮਿੰਟ ਰੁਕ ਜਾ ਆ ਬਾਈ ਯਾਰ ਲਾਈਕ وفيها نعيدكم ومنها نخرجكم تارة أخرى और आप कोई कहना भाई ਆ ਜਾਓ ਇਧਰ मिनहा खलकनाकुम घर वाले ਪਿੱਛੇ ਕਰ ਲੈ ਯਾਰ ਫਿਰ ਚੰਗੇ ਨਹੀਂ ਲੱਗੀਦਾ ومنها نخرجكم تارة ਵੀ ਸਭ ਮੇਰੇ ਵਾਲੇ ਐਵੇਂ ਤੂੰ ਇੱਥੇ ਮੇਰੇ ਬਰਾਬਰ ਆਓ ਲਿਆਓ ਨੂੰ ਮਾਮਾ ਜੀ ਇਹ ਵੀ ਰਿਪੋਰਟ ਕਰਨ ਨੇ मिनहा खलकनाकुम ਇੱਥੇ ਬਣਾ ਦਿਓ ਸਾਨੂੰ ਇੱਥੇ ਮੈਂ ਤਸਲਾ ਭੇਜਦਾ ले यार मिट्टी में पड़ाई ਸਾਰੇ ਯਾਰ ਬਰਾਬਰ ਜੋ ਤਾਂ ਮਿਲਿਆ ਹੀ ਨਹੀਂ ਕਿਸੇ ਨੇ ਤੇ ਕੋਈ ਬਰਾਬਰ ਨਹੀਂ ਆ ਭਾਈ ਜਿੰਨਾ ਮਰਜ਼ੀ ਨਹੀਂ हाजी मिट्टी ओए मिट्टी साइड खाना पापा ਉੱਪਰ ਕਰ ओ पानी सारा साइड पे यार मिट्टी तो ਆ ਕਰੋ ਜੀ ਖਾਲੀ ਇੱਥੋਂ ਪਲੀਜ਼ ਆਓ ਜੀ ਆ ਜਾਓ ਹੋਰ ਪਿੱਛੇ ਆ ਜਾਓ ਉਹ ਆ ਜਾ ਯਾਰ ਦੋਸਤੋ ਇਹ ਅੰਤਿਮ ਵਕਤ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਦੋਂ ਸੁਰਾਂ ਦਾ ਬਾਦਸ਼ਾਹ ਆਪਣੀ ਜ਼ਮੀਨ ਦੇ ਵਿੱਚ ਆਪਣੀ ਜ਼ਮੀਨ ਦੇ ਨਾਲ ਮਿਲ ਗਿਆ ਤੇ ਇਸ ਫਾਨੀ ਦੁਨੀਆ ਨੂੰ ਛੱਡ ਕੇ ਅੱਜ ਚਲਾ ਗਿਆ ਤੇ ਉਹਨਾਂ ਦੇ ਅੰਤਿਮ ਦਰਸ਼ਨਾਂ ਵਾਸਤੇ ਅੱਜ ਬਹੁਤ ਹੀ ਭਾਰੀ ਭੀੜ ਇਕੱਠੀ ਹੋਈ। ਪੰਜਾਬੀ ਇੰਡਸਟਰੀ ਦਾ ਕੋਈ ਐਸਾ ਕਲਾਕਾਰ ਨਹੀਂ ਜਿਹਨੇ ਇੱਥੇ ਆ ਕੇ ਸ਼ਿਰਕਤ ਨਹੀਂ ਕੀਤੀ ਤੇ ਆਪਣੀ ਸ਼ਰਧਾਂਜਲੀ ਉਹਨਾਂ ਨੂੰ ਨਹੀਂ ਦਿੱਤੀ। ਮੈਂ ਕੈਮਰਾਮੈਨ ਨੂੰ ਦਰਖਾਸਤ ਕਰਾਂਗਾ ਕਿ ਅੰਤਿਮ ਪਲਾਂ ਦਾ ਨਜ਼ਾਰਾ ਸਾਡੇ ਦਰਸ਼ਕਾਂ ਵਾਸਤੇ ਦਿਖਾਏ। ਇਹ ਉਹਨਾਂ ਦੇ ਬੇਟੇ ਸਾਰੰਗ ਤੇ ਆਲਾਪ ਨੂੰ ਤੁਸੀਂ ਦੇਖ ਸਕਦੇ ਹੋ ਅੰਤਿਮ ਰਸਮਾਂ ਪੂਰੀਆਂ ਕਰਦੇ ਹੋਏ। ਤੇ ਦੋਸਤੋ ਅਸੀਂ ਤੁਹਾਨੂੰ ਲਾਈਵ ਵਰਤਾਂਤ ਦਿਖਾਇਆ ਸਰਦੂਲ ਸਿਕੰਦਰ ਜੀ ਦਾ ਸਪੁਰਦੇ ਖਾਕ ਹੋਣ ਦਾ ਤੇ ਉਹਨਾਂ ਦੇ ਜੱਦੀ ਪਿੰਡ 'ਚ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਜਿਹਨੂੰ
ਮੁਸਲਿਮ ਧਰਮ ਸਪੁਰਦੇ ਖਾਕ ਕਿਹਾ ਜਾਂਦਾ ਹੈ ਉਹ ਕਰ ਦਿੱਤਾ ਗਿਆ ਤੇ ਉਹ ਇੱਕ ਪਿਆਰੀ ਆਤਮਾ ਇੱਕ ਸੁਰੀਲਾਂ ਦਾ ਬਾਦਸ਼ਾਹ ਅੱਜ ਸਦਾ ਸਦਾ ਲਈ ਇਸ ਜ਼ਮੀਨ 'ਚ ਹੋ ਗਿਆ। ਜਿੱਦਾਂ ਕਿ ਉਹ ਕਹਿੰਦੇ ਸੀਗੇ ਕਿ ਮੈਂ ਜਿੱਥੋਂ ਸ਼ੁਰੂ ਹੋਇਆ ਸੀਗਾ ਮੈਂ ਆਪਣਾ ਅੰਤ ਵੀ ਉੱਥੇ ਹੀ ਕਰਾਂਗਾ ਤੇ ਇਸ ਪਿੰਡ ਤੋਂ ਸ਼ੁਰੂ ਹੋਏ ਸੀਗੇ ਤੇ ਅੱਜ ਇਸ ਪਿੰਡ ਦੀ ਧਰਤੀ ਦੇ ਵਿੱਚ ਹੀ ਉਹ ਸਮਾ ਗਏ। ਸ਼ੁਕਰੀਆ ਦੋਸਤੋ।